हाँ जी दोस्तों, क्लास 10वीं ਦਾ ਹੈਗਾ ਵਾ ਇੰਗਲਿਸ਼ ਦਾ ਪੇਪਰ ਕੱਲ੍ਹ ਯਾਨੀ ਕਿ 27 ਮਾਰਚ ਨੂੰ। ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਇਹ ਪਿਛਲੇ ਸਾਲ ਦਾ ਪੇਪਰ ਯਾਨੀ ਕਿ 2022 ਦਾ, ਜਿਵੇਂ ਕਿ ਇਸ ਵਾਰ ਹਜੇ ਇਹ 2023 ਚੱਲ ਰਿਹਾ ਵਾ ਨਾ, ਤਾਂ ਇਹ ਪਿਛਲੇ ਸਾਲ ਦਾ ਪੇਪਰ ਆ। ਜਿਹੜੇ ਪਿਛਲੇ ਸਾਲ 10ਵੀਂ ਦੇ ਪੇਪਰ ਹੋਏ ਹਨ 2022 ਦੇ ਵਿੱਚ, ਤਾਂ ਇਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਸੋਲੂਸ਼ਨ ਲੈ ਕੇ ਆ ਚੁੱਕੇ ਹਾਂ। ਵੈਰੀ ਇੰਪੋਰਟੈਂਟ ਇਹਦੇ ਵਿੱਚ ਪ੍ਰਸ਼ਨ ਉੱਤਰ ਆ, ਕਿਉਂਕਿ ਦੋਸਤੋ ਅਗਰ ਜਿਹੜੇ ਪ੍ਰਸ਼ਨ 2022 ਦੇ ਵਿੱਚ ਆਇਆ ਤਾਂ ਮੋਸਟ ਪ੍ਰੋਬੇਬਲੀ ਚਾਂਸ ਆ ਕੁਛ ਨਾ ਕੁਛ ਦੋਸਤੋ ਉਹੀ ਵਾਲੇ ਪ੍ਰਸ਼ਨ ਜਿਹੜੇ ਕਿ 2023 ਦੇ ਵਿੱਚ ਤਾਂ ਕੁਛ ਨਾ ਕੁਛ ਤਾਂ ਆ ਹੀ ਜਾਏਗਾ। ਠੀਕ ਹੈ ਜੀ। ਤੇ ਪਿਛਲੇ ਸਾਲ ਤੁਹਾਨੂੰ ਪਤਾ ਹੀ ਹੈ ਕਿ ਟਰਮ ਵਾਈਜ਼ ਪੇਪਰ ਹੋ ਰਹੇ ਸੀਗੇ, ਟਰਮ 2 ਦੇ ਪੇਪਰ ਹੋਏ ਸੀਗੇ ਤੇ ਉਹ 40 ਮਾਰਕਸ ਦੇ ਹੁੰਦੇ ਸੀਗੇ। ਤਾਂ ਇੰਪੋਰਟੈਂਟ ਇਹ ਪ੍ਰਸ਼ਨ ਉੱਤਰ ਨੇ। ਠੀਕ ਹੈ ਜੀ, ਕਾਫੀ ਜ਼ਿਆਦਾ। ਤਾਂ ਦੋਸਤੋ ਫੁੱਲ ਸੋਲੂਸ਼ਨ ਤੁਹਾਨੂੰ ਕਰਵਾ ਦਿੰਦੇ ਆ। ਤਾਂ ਦੇਖੋ ਸਭ ਤੋਂ ਪਹਿਲਾ ਸੈਕਸ਼ਨ ਏ ਆ। ਠੀਕ ਹੈ ਜੀ, ਇਹਦੇ ਵਿੱਚ ਦੋਸਤੋ ਕੀ ਹੈ, ਪੈਸੇਜ ਦਿੱਤਾ ਹੋਇਆ। ਪੈਸੇਜ ਨੂੰ ਪੜ੍ਹ ਕੇ ਤੁਸੀਂ ਫਿਰ ਜਿਹੜੇ ਕਿ ਥੱਲੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਤਾਂ ਦੋਸਤੋ 2 ਮਿੰਟ ਲਈ ਸਕਰੀਨ ਨੂੰ ਰੋਕੋ, ਇੱਥੋਂ ਤੋਂ ਲੈ ਕੇ ਇੱਥੇ ਤੱਕ ਚੰਗੀ ਤਰ੍ਹਾਂ ਪੜ੍ਹੋ। ਠੀਕ ਹੈ ਜੀ, ਕੀ ਲਿਖਿਆ ਹੋਇਆ ਵਾ ਤਾਂ ਦੋਸਤੋ ਤੁਸੀਂ ਪੜ੍ਹ ਲਿਆ ਹੋਣਾ। ਇਹਦੇ ਵਿੱਚ ਮੈਂ ਮਤਲਬ ਦੱਸ ਦਿੰਦਾ ਤੁਹਾਨੂੰ ਮੋਟਾ ਮੋਟੀ ਕੀ ਲਿਖਿਆ ਹੋਇਆ ਕਿ ਇਸ ਧਰਤੀ 'ਤੇ ਰਹਿਣ ਵਾਲੇ ਸਾਰੇ ਜੀਵ ਵਾਤਾਵਰਣ ਦਾ ਹਿੱਸਾ ਹਨ। ਵਾਤਾਵਰਣ ਵਿੱਚ ਹਵਾ, ਪਾਣੀ, ਸੂਰਜ ਦੀ ਰੋਸ਼ਨੀ ਵੀ ਸ਼ਾਮਿਲ ਹੈ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਇਹ ਵਾਤਾਵਰਣ ਦੇ ਸੰਤੁਲਨ ਨੂੰ ਕਾਇਮ ਰੱਖਦਾ ਹੈ ਅਤੇ ਭੋਜਨ, ਆਸਰਾ, ਹਵਾ ਆਦਿ ਦੀ ਵੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਦੋਸਤੋ ਇਹ ਸਾਡਾ ਵਾਤਾਵਰਣ ਕੁਦਰਤੀ ਸੁੰਦਰਤਾ ਦਾ ਇੱਕ ਵਧੀਆ ਸਰੋਤ ਹੈ। ਠੀਕ ਹੈ। ਬਦਕਿਸਮਤੀ ਨਾਲ ਦੋਸਤੋ ਮਨੁੱਖ ਵਾਤਾਵਰਣ ਨੂੰ ਬਹੁਤ ਹੀ ਜਿਹੜਾ ਹੈਗਾ ਬਹੁਤ ਹੱਦ ਤੱਕ ਵਿਗਾੜ ਰਿਹਾ ਹੈ। ਮਨੁੱਖੀ ਦੀਆਂ ਗਤੀਵਿਧੀਆਂ ਜਿਹੜਾ ਹੈਗਾ ਦੋਸਤੋ ਵਾਤਾਵਰਣ ਜਿਹੜਾ ਹੈਗਾ ਵਿਗੜ ਰਿਹਾ ਵਾ ਮਨੁੱਖ ਦੀ ਗਤੀਵਿਧੀਆਂ ਕਾਰਨ। ਠੀਕ ਹੈ ਜੀ। ਉਹ ਹਨ ਜਿਵੇਂ ਕਿ ਪ੍ਰਦੂਸ਼ਣ, ਰਸਾਇਣਿਕ ਖਾਦਾਂ ਦੀ ਵਰਤੋਂ, ਜੰਗਲਾਂ ਦੀ ਕਟਾਈ, ਗਲੋਬਲ ਵਾਰਮਿੰਗ, ਓਜ਼ੋਨ ਦੀ ਕਮੀ। ਠੀਕ ਹੈ ਜੀ, ਕੁਦਰਤੀ ਸਰੋਤਾਂ ਦੀ ਜ਼ਿਆਦਾ ਵਰਤੋਂ ਆਦਿ ਇਹ ਹੈਗੇ ਆ ਦੋਸਤੋ। ਅਤੇ ਦੋਸਤੋ ਅਗਰ ਅਸੀਂ ਇਸ ਨੂੰ ਮਤਲਬ ਇਸ 'ਤੇ ਕੰਟਰੋਲ ਨਹੀਂ ਕੀਤਾ ਇਹਨਾਂ ਦੀ ਓਵਰ ਯੂਜ਼ 'ਤੇ, ਫਿਰ ਜਿਹੜੇ ਆਪਣੇ ਨੈਚੁਰਲ ਰਿਸੋਰਸ ਨੇ, ਠੀਕ ਹੈ ਜੀ, ਉਹ ਬਹੁਤ ਹੀ ਜਲਦੀ ਅਲੋਪ ਧਰਤੀ ਤੋਂ ਅਲੋਪ ਹੋ ਜਾਣਗੇ। ਠੀਕ ਹੈ। ਇਸ ਲਈ ਜਿਹੜਾ ਹੈਗਾ ਵਾ ਸਾਨੂੰ ਵਾਤਾਵਰਣ ਨੂੰ ਬਚਾਉਣ ਲਈ ਤੁਰੰਤ ਕੁਝ ਕਦਮ ਚੁੱਕਣੇ ਚਾਹੀਦੇ ਹਨ। ਇਸ ਨੂੰ ਇਸ ਦੇ ਅਸਲੀ ਰੂਪ ਵਿੱਚ ਵਾਪਸ ਲਿਆਉਣਾ ਚਾਹੀਦਾ ਹੈ। ਇਹ ਸੱਚਮੁੱਚ ਇੱਕ ਵੱਡੀ ਹੀ ਚੁਣੌਤੀ ਹੈ, ਪਰ ਕੁਝ ਵੀ ਅਸੰਭਵ ਨਹੀਂ ਹੈ। ਆਓ ਆਪਾਂ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਹੱਥ ਮਿਲਾਈਏ ਅਤੇ ਇੱਕ ਆਰਾਮਦਾਇਕ ਅਤੇ ਸਿਹਤਮੰਦ ਜੀਵਨ ਨੂੰ ਜੀਏ। ਤਾਂ ਦੋਸਤੋ ਚਲੋ ਦੇਖਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਦੋਸਤੋ ਇਹਦਾ ਨਿਕਲ ਕਰ ਆ ਰਿਹਾ ਵਾ, ਨੇਮ ਐਨੀ 5 ਹਿਊਮਨ ਐਕਟੀਵਿਟੀਜ਼ ਦੈਟ ਆਰ ਰਿਸਪੋਂਸੀਬਲ ਆਫ ਦਾ ਡਿਗਰੇਡੇਸ਼ਨ ਆਫ ਦਾ ਇਨਵਾਇਰਮੈਂਟ। ਠੀਕ ਹੈ ਜੀ। ਤਾਂ ਇਹਦਾ ਆਨਸਰ ਤੁਹਾਡਾ ਆ ਜਾਏਗਾ ਦੋਸਤੋ, ਆ ਦੇਖੋ ਕੀ ਆ ਜਾਏਗਾ ਦੋਸਤੋ, ਯੂਜ਼ ਆਫ, ਮਤਲਬ ਕੁਐਸਚਨ ਆਪਣਾ ਇਹ ਕਹਿੰਦਾ ਇਹਦੇ ਵਿੱਚ ਕਿ ਕਿਸੇ ਵੀ ਜਿਹੜੀ ਹੈਗੇ ਨੇ 5, ਠੀਕ ਹੈ ਜੀ, ਆਪਣੀ ਮਨੁੱਖੀ ਗਤੀਵਿਧੀਆਂ ਦਾ ਨਾਮ ਦੱਸੋ ਜੋ ਵਾਤਾਵਰਣ ਨੂੰ ਵਿਗਾੜਨ ਲਈ ਜ਼ਿੰਮੇਵਾਰ ਹਨ। ਠੀਕ ਹੈ ਜੀ। ਤਾਂ ਦੋਸਤੋ ਇਹਦਾ ਹੈਗਾ ਆਪਣਾ ਯੂਜ਼ ਆਫ ਕੈਮੀਕਲ ਫਰਟੀਲਾਈਜੇਸ਼ਨ। ਠੀਕ ਹੈ, ਮਤਲਬ ਦੋਸਤੋ ਆਪਣਾ ਰਸਾਇਣਿਕ ਜਿਹੜੇ ਹੈਗਾ ਦੋਸਤੋ ਆਪਣੇ ਖਾਦਾਂ ਦੀ ਵਰਤੋਂ। ਠੀਕ ਹੈ ਜੀ। ਡੀਫੋਰੈਸਟੇਸ਼ਨ ਮਤਲਬ ਦੋਸਤੋ ਜੰਗਲਾਂ ਦੀ ਕਟਾਈ, ਗਲੋਬਲ ਵਾਰਮਿੰਗ। ਠੀਕ ਹੈ ਜੀ। ਓਜ਼ੋਨ ਦੀ ਜਿਹੜੀ ਹੈਗੀ ਡੈਪਲੀਸ਼ਨ ਮਤਲਬ ਓਜ਼ੋਨ ਦੀ ਕਮੀ। ਠੀਕ ਹੈ ਜੀ। ਓਵਰ ਯੂਜ਼ ਆਫ ਨੈਚੁਰਲ ਰਿਸੋਰਸ ਯਾਨੀ ਕਿ ਕੁਦਰਤੀ ਸਰੋਤਾਂ ਦੀ ਜ਼ਿਆਦਾ ਵਰਤੋਂ। ਠੀਕ ਹੈ ਜੀ। ਤਾਂ ਇਹ ਇਸਦਾ ਆਨਸਰ ਹੋ ਜਾਏਗਾ। ਦੂਸਰਾ ਪ੍ਰਸ਼ਨ ਹੈ ਦੋਸਤੋ, ਵਟ ਵਿਲ ਹੈਪਨ ਇਫ ਵੀ ਡੂ ਨਾਟ ਕੰਟਰੋਲ ਦਾ ਓਵਰ ਯੂਜ਼ ਆਫ ਨੈਚੁਰਲ ਰਿਸੋਰਸਿਸ। ਠੀਕ ਹੈ ਜੀ। ਮਤਲਬ ਦੋਸਤੋ ਕਿ ਅਗਰ ਕੀ ਹੋਵੇਗਾ ਜੇਕਰ ਅਸੀਂ ਕੁਦਰਤ ਸਰੋਤਾਂ ਦੀ ਜ਼ਿਆਦਾ ਵਰਤੋਂ ਨੂੰ ਕੰਟਰੋਲ ਨਹੀਂ ਕਰਦੇ। ਠੀਕ ਹੈ ਜੀ। ਤਾਂ ਦੋਸਤੋ ਚਲੋ ਇਹਦਾ ਆਨਸਰ ਦੇਖਦੇ ਹਾਂ ਕੀ ਹੈ। ਹਾਂਜੀ, ਤਾਂ ਇਹਦਾ ਆਨਸਰ ਹੈਗਾ ਦੋਸਤੋ, ਦੇ ਵਿਲ ਵੈਨਿਸ਼ ਫਰੋਮ ਦਾ ਅਰਥ ਵੈਰੀ ਸੂਨ। ਠੀਕ ਹੈ ਜੀ। ਉਹ ਬਹੁਤ ਹੀ ਜਲਦੀ ਧਰਤੀ ਤੋਂ ਅਲੋਪ ਹੋ ਜਾਣਗੇ। ਠੀਕ ਹੈ ਜੀ। ਅਤੇ ਅਗਲਾ ਦੋਸਤੋ ਪ੍ਰਸ਼ਨ ਕੀ ਹੈ, ਪਿਕ ਅਪ ਅ ਬਰਡ ਫਰੋਮ ਦਾ ਪੈਸੇਜ ਵਿਚ ਮੀਨਸ ਡਿਸਅਪੀਅਰ। ਠੀਕ ਹੈ ਜੀ। ਮਤਲਬ ਦੋਸਤੋ ਆਹ ਜਿਹੜਾ ਤੁਹਾਡਾ ਪੈਸੇਜ ਦਿੱਤਾ ਹੋਇਆ ਵਾ, ਠੀਕ ਹੈ ਜੀ, ਤਾਂ ਇਹਦੇ ਵਿੱਚੋਂ ਨਾ ਆਹ ਜਿਹੜਾ ਤੁਹਾਡਾ ਸ਼ਬਦ ਆ ਡਿਸਅਪੀਅਰ ਮਤਲਬ ਹੁੰਦਾ ਦੋਸਤੋ ਗਾਇਬ ਹੋਣਾ। ਠੀਕ ਹੈ ਜੀ। ਤਾਂ ਇਹਦਾ ਕੀ ਮਤਲਬ ਆ। ਠੀਕ ਹੈ ਜੀ। ਤਾਂ ਦੋਸਤੋ ਇਹਦਾ ਆਨਸਰ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ, ਇੱਥੇ ਇਹਨਾਂ ਨੇ ਮੀਨਿੰਗ, ਇਹਦਾ ਵਰਡ ਮੀਨਿੰਗ ਦੱਸਿਆ ਹੈ, ਵੈਨਿਸਡ, ਫੇਡਡ, ਡਿਪਾਰਟਡ, ਇਸ ਤਰ੍ਹਾਂ ਦਾ ਲਿਖਿਆ ਵਾ। ਠੀਕ ਹੈ ਜੀ। ਹੁਣ ਇੱਥੇ ਤੁਸੀਂ ਆਪ ਦੇਖ ਲਿਓ ਦੋਸਤੋ ਇਸ ਪ੍ਰਸ਼ਨ ਦਾ ਉੱਤਰ ਕਿਸ ਤਰ੍ਹਾਂ ਤੁਸੀਂ ਲਿਖਣਾ ਵਾ। ਠੀਕ ਹੈ ਜੀ। ਇੱਥੇ ਦੋਸਤੋ ਇੱਥੇ ਇਹਨਾਂ ਨੇ ਕੀ ਪੁੱਛਿਆ ਹੋਇਆ ਵਾ, ਇੱਥੇ ਵਿਚ ਮੀਨਸ ਡਿਸਅਪੀਅਰ। ਠੀਕ ਹੈ ਜੀ। ਤਾਂ ਦੋਸਤੋ ਇੱਥੇ ਇਹਨਾਂ ਨੇ ਜਿਹੜੇ ਹੈਗੇ ਆ ਤੁਸੀਂ ਦੇਖ ਸਕਦੇ ਹੋ, ਇਹਨਾਂ ਨੇ ਇੱਥੇ ਜਿਹੜੇ ਹੈਗੇ ਆ ਇਹ ਵੈਨਿਸਡ, ਫੇਡਡ, ਡਿਪਾਰਟਡ ਇਹ ਲਿਖਿਆ ਵਾ। ਅਗਰ ਤੁਹਾਨੂੰ ਲੱਗਦਾ ਕਿ ਕੁਛ ਹੋਰ ਆਊਗਾ ਇੱਥੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ ਇਹ ਸ਼ੋਰ ਜਾਂ ਨਹੀਂ ਲੱਗ ਰਿਹਾ ਵਾ। ਠੀਕ ਹੈ ਜੀ। ਅਤੇ ਇਹ ਇਸਦਾ ਹੋ ਜਾਏਗਾ। ਠੀਕ ਹੈ ਜੀ। ਵੈਨਿਸਡ ਮਤਲਬ ਦੋਸਤੋ ਫੇਡਡ ਅਤੇ ਡਿਪਾਰਟਡ। ਠੀਕ ਹੈ ਜੀ। ਇਹਦਾ ਕੁਛ ਅਗਰ ਹੋਰ ਆਨਸਰ ਹੈ ਤਾਂ ਤੁਸੀਂ ਮੈਨੂੰ ਦੱਸ ਦੇਣਾ। ਅੱਗੇ ਦੋਸਤੋ ਅਵਰ ਡੈਸ਼ ਮੇਨਟੇਨਸ ਦਾ ਇਕੋਲੋਜੀਕਲ ਬੈਲੈਂਸ, ਯਾਨੀ ਕਿ ਸਾਡਾ ਵਾਤਾਵਰਣ ਸੰਤੁਲਨ ਕਾਇਮ ਰੱਖਦਾ ਹੈ। ਤਾਂ ਕਿਹਦੇ ਵਿੱਚ, ਤਾਂ ਦੋਸਤੋ ਦੇਖੋ ਇਹ ਆਪਣਾ ਹੈ ਏਅਰ, ਵਾਟਰ ਐਂਡ ਸਨਲਾਈਟ ਇਸਦਾ ਆਨਸਰ ਹੋ ਜਾਏਗਾ। ਠੀਕ ਹੈ ਜੀ। ਏਅਰ, ਵਾਟਰ ਐਂਡ ਸਨਲਾਈਟ ਇਸਦਾ ਰਾਈਟ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ, ਹਾਂਜੀ ਅਗਲਾ ਪ੍ਰਸ਼ਨ ਹੈ ਦੋਸਤੋ ਆਪਣਾ, ਇਨ ਦਾ ਅਬਵ ਪੈਸੇਜ ਆ ਰਿਕੁਐਸਟ ਹੈਜ਼ ਬੀਨ ਮੇਡ ਟੂ ਸੇਵ ਦਾ ਇਨਵਾਇਰਮੈਂਟ, ਸਟੇਟ ਵੈਦਰ ਦਿਸ ਸਟੇਟਮੈਂਟ ਇਜ਼ ਟਰੂ ਔਰ ਫਾਲਸ। ਯਾਨੀ ਕਿ ਉਪਰੋਕਤ ਹਵਾਲੇ ਵਿੱਚ ਵਾਤਾਵਰਣ ਨੂੰ ਬਚਾਉਣ ਲਈ ਬੇਨਤੀ ਕੀਤੀ ਗਈ ਹੈ, ਦੱਸੋ ਇਹ ਬਿਆਨ ਸੱਚ ਹੈ ਜਾਂ ਫਿਰ ਝੂਠ। ਤਾਂ ਦੋਸਤੋ ਇਹ ਬਿਲਕੁਲ ਟਰੂ ਹੈ। ਠੀਕ ਹੈ ਜੀ। ਵਾਤਾਵਰਣ ਨੂੰ ਬਚਾਉਣ ਦੀ ਹੀ ਗੱਲ ਹੋ ਰਹੀ ਆ। ਅਤੇ ਹੁਣ ਦੋਸਤੋ ਆਪਣਾ ਅਗਲਾ ਕੀ ਹੈ, ਸੈਕਸ਼ਨ ਬੀ ਆ। ਤਾਂ ਦੇਖੋ ਦੋਸਤੋ ਇਸ ਨੂੰ, ਤਾਂ ਇਹਦੇ ਵਿੱਚ ਦੋਸਤੋ ਆਪਣਾ ਪਹਿਲਾ ਪ੍ਰਸ਼ਨ ਹੈ, ਵਾਈ ਡੂ ਸਟਾਰ ਟਵਿੰਕਲਸ। ਠੀਕ ਹੈ ਜੀ। ਯਾਨੀ ਕਿ ਤਾਰੇ ਕਿਉਂ ਚਮਕਦੇ ਹਨ। ਤਾਂ ਦੇਖੋ ਇਹਦਾ ਆਨਸਰ ਦੇਖਦੇ ਹਾਂ। ਚਲੋ ਅਸੀਂ ਇਹਦਾ ਆਨਸਰ ਵੀ ਲੱਭਿਆ ਹੋਇਆ ਵਾ। ਠੀਕ ਹੈ ਜੀ। ਤਾਂ ਆਹ ਦੇਖੋ ਦੋਸਤੋ ਆਹੀ ਪ੍ਰਸ਼ਨ ਹੈ ਨਾ। ਤਾਂ ਇਹਦਾ ਆਨਸਰ ਹੈ ਮਤਲਬ ਦੋਸਤੋ ਤਾਰੇ ਕਿਉਂ ਚਮਕਦੇ ਹਨ। ਤਾਂ ਦੇਖੋ ਦਾ ਸਟਾਰ ਲਾਈਕ ਦਾ ਸਨ ਆਰ ਬਾਲ ਆਫ ਫਾਇਰ। ਠੀਕ ਹੈ ਜੀ। ਤਾਰੇ ਸੂਰਜ ਵਾਂਗ ਅੱਗ ਦੇ ਗੋਲੇ ਹਨ। ਠੀਕ ਹੈ ਜੀ।
ਤੇ ਅੱਗੇ ਹੈ ਦੋਸਤੋ ਐਸ देयर ਰੇਜ਼ ਪਾਸ ਥਰੂ ਡਿਫਰੈਂਟ ਲੇਅਰਸ ਆਫ ਐਟਮੋਸਫੇਅਰ ਦੇ ਸੀਮ ਟੂ ਬੀ ਟਵਿੰਕਲਿੰਗ। ਠੀਕ ਹੈ ਜੀ, ਜਿਵੇਂ ਜਿਵੇਂ ਉਹਨਾਂ ਦੀ ਕਿਰਨਾਂ ਵਾਯੂਮੰਡਲ ਦੀਆਂ ਵੱਖ-ਵੱਖ ਪਰਤਾਂ ਵਿੱਚ ਲੰਘਦੀਆਂ ਹਨ ਤਾਂ ਉਹ ਚਮਕਦੀਆਂ ਪ੍ਰਤੀਤ ਹੁੰਦੀਆਂ ਹਨ। ਠੀਕ ਹੈ ਜੀ, ਦੂਸਰਾ ਪ੍ਰਸ਼ਨ ਕੀ ਹੈ ਦੋਸਤੋ, ਵਾਈ ਵਾਜ਼ ਦਾ ਸਟਾਊਟ ਲੇਡੀ ਵਾਕਿੰਗ ਡਾਊਨ ਦਾ ਮਿਡਲ ਆਫ ਰੋਡ। ਠੀਕ ਹੈ ਜੀ, ਯਾਨੀ ਕਿ ਦੋਸਤੋ ਕੁਐਸਚਨ ਆਪਣਾ ਇਹ ਆ ਦੇਖੋ ਆਹੀ ਹੈ ਨਾ ਪ੍ਰਸ਼ਨ, ਸੇਮ ਆਹੀ ਆ। ਠੀਕ ਹੈ ਜੀ, ਕਿ ਮੋਟੀ ਔਰਤ ਜਿਹੜੀ ਹੈ ਸੜਕ ਦੇ ਵਿਚਾਰ ਕਿਉਂ ਤੁਰ ਰਹੀ ਸੀ, ਤਾਂ ਦੋਸਤੋ ਸ਼ੀ ਥਾਊਟ ਸ਼ੀ ਹੈਡ ਲਿਬਰਟੀ ਟੂ ਵਾਕ ਵੇਅਰ ਐਵਰ ਸ਼ੀ ਲਾਈਕਡ, ਸ਼ੀ ਸੈਡ ਨਾਓ ਸ਼ੀ ਹੈਡ ਗੋਟ ਲਿਬਰਟੀ। ਠੀਕ ਹੈ ਜੀ, ਯਾਨੀ ਕਿ ਦੋਸਤੋ ਜਿਵੇਂ ਉਸ ਨੇ ਸੋਚਿਆ ਸੀਗਾ ਕਿ ਉਸ ਨੂੰ ਜਿੱਥੇ ਮਰਜ਼ੀ ਤੁਰਨ ਦੀ ਆਜ਼ਾਦੀ ਹੈ, ਉਸਨੇ ਕਿਹਾ ਕਿ ਹੁਣ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਆਜ਼ਾਦੀ ਮਿਲ ਗਈ ਸੀ। ਠੀਕ ਹੈ ਜੀ, ਤੇ ਅਗਲਾ ਦੋਸਤੋ ਪ੍ਰਸ਼ਨ ਕੀ ਹੈ ਆਪਣਾ, ਵਟ ਵਾਜ਼ ਦਾ ਸਟੇਟਸ ਆਫ ਵੂਮਨ ਇਨ ਐਨਸ਼ੀਐਂਟ ਇੰਡੀਆ। ਠੀਕ ਹੈ ਜੀ, ਪ੍ਰਾਚੀਨ ਭਾਰਤ ਵਿੱਚ ਔਰਤਾਂ ਦੀ ਕੀ ਸਥਿਤੀ ਸੀ, ਤਾਂ ਦੋਸਤੋ ਆਨਸਰ ਦੇਖੋ ਇਹਦਾ, in ancient India women enjoy high status, no auspicious function was considered complete without their participation। ਠੀਕ ਹੈ ਜੀ, ਯਾਨੀ ਕਿ ਪ੍ਰਾਚੀਨ ਭਾਰਤ ਵਿੱਚ ਔਰਤਾਂ ਨੂੰ ਉੱਚਾ ਦਰਜਾ ਜਿਹੜਾ ਹੈਗਾ ਪ੍ਰਾਪਤ ਸੀਗਾ, ਉਹਨਾਂ ਦੀ ਸਮੂਲੀਅਤ ਤੋਂ ਬਿਨਾਂ ਕੋਈ ਵੀ ਜਿਹੜਾ ਹੈਗਾ ਵਾ ਸ਼ੁਭ ਕਾਰਜ ਸੰਪੂਰਨ ਨਹੀਂ ਮੰਨਿਆ ਜਾਂਦਾ ਸੀ। ਠੀਕ ਹੈ ਜੀ, ਅਗਲਾ ਪ੍ਰਸ਼ਨ ਦੋਸਤੋ ਕੀ ਹੈ, ਵਟ ਵਾਜ਼ ਦ ਸੈਕਰੀਫਾਈਸ ਆਫ ਸੰਤ ਦਧੀਚੀ। ਯਾਨੀ ਕਿ ਦੋਸਤੋ ਜਿਹੜੇ ਹੈਗੇ ਆ ਮਹਾਨ ਸੰਤ ਜਿਹੜੀ ਹੈਗੇ ਨੇ ਆਪਣੀ ਆਹ ਸੀਗੀ ਜਿਹੜੀ ਆਪਣੀ ਸੰਤ ਦਧੀਚੀ, ਉਹਨਾਂ ਦੀ ਕੁਰਬਾਨੀ ਕੀ ਸੀ। ਠੀਕ ਹੈ ਜੀ, ਤਾਂ ਉੱਤਰ ਦੱਸੋ ਇਹਦਾ। ਤਾਂ ਦੋਸਤੋ ਚਲੋ ਦੇਖਦੇ ਹਾਂ ਇਸ ਦਾ ਉੱਤਰ, ਆਹੀ ਹੈ ਨਾ ਪ੍ਰਸ਼ਨ, ਬਿਲਕੁਲ ਹਾਂਜੀ। ਦੇਖੋ ਕੀ ਹੈ, ਹੀ ਲੈਟ ਡਾਊਨ ਹਿਜ਼ ਲਾਈਫ ਸੋ ਦੈਟ ਹਿਜ਼ ਬੋਨਸ ਕੁਡ ਬੀ ਮੇਡ ਇਨਟੂ ਇਨਵਿੰਕਲ ਵੈਪਨਸ ਫॉर ਦਾ ਗੋਡਸ। ਮਤਲਬ ਦੋਸਤੋ ਉਸਨੇ ਜਿਹੜਾ ਹੈਗਾ ਵਾ ਆਪਣੀ ਜਾਨ ਦੇ ਦਿੱਤੀ, ਉਸ ਦੀਆਂ ਹੱਡੀਆਂ ਨੂੰ ਦੇਵਤਿਆਂ ਲਈ ਅਜਿੱਤ ਦਾ ਹਥਿਆਰ ਜਿਹੜਾ ਹੈਗਾ ਜਿਹੜਾ ਬਣਿਆ। ਠੀਕ ਹੈ, ਬਣਾਇਆ ਜਾ ਸਕੇ। ਠੀਕ ਹੈ ਜੀ, ਤੇ ਅੱਗੇ ਹੈ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ, ਵਾਈ ਕੁਡ ਨਾਟ ਫਟੀਕ ਡੂ ਵੈਲ ਐਟ ਇਨ ਕਲਕੱਤਾ, ਜਾਂ ਫਿਰ ਦੋਸਤੋ ਸਕੂਲ, ਗੱਲ ਇੱਕ ਹੀ ਹੈ। ਠੀਕ ਹੈ ਜੀ, ਚਾਹੇ ਸਕੂਲ ਹੋਵੇ ਜਾਂ ਕਲਕੱਤਾ ਪੁੱਛ ਲੈਣ ਤੁਹਾਨੂੰ। ਠੀਕ ਹੈ ਜੀ, ਤਾਂ ਦੋਸਤੋ ਦੇਖੋ ਇਹਦਾ ਆਨਸਰ ਕੀ ਹੈ, ਆਹੀ ਹੈ ਆਪਣਾ ਪ੍ਰਸ਼ਨ ਤੁਹਾਡਾ, ਵਾਈ ਕੁਡ ਨਾਟ ਫਟੀਕ ਡੂ ਵੈਲ ਐਟ ਸਕੂਲ ਜਾਂ ਫਿਰ ਕਲਕੱਤਾ। ਠੀਕ ਹੈ ਜੀ, ਗੱਲ ਇੱਕ ਹੀ ਹੈ ਦੋਸਤੋ ਇੱਥੇ, ਯਾਨੀ ਕਿ ਦੋਸਤੋ ਫਟੀਕ ਜਿਹੜਾ ਹੈਗਾ ਸਕੂਲ 'ਚ ਚੰਗਾ ਪ੍ਰਦਰਸ਼ਨ ਕਿਉਂ ਨਹੀਂ ਕਰ ਪਾ ਰਿਹਾ ਸੀਗਾ ਕਲਕੱਤੇ ਦੇ ਸਕੂਲ ਦੇ ਵਿੱਚ, ਤਾਂ ਦੋਸਤੋ ਦੇਖੋ ਫਟੀਕ ਵਾਜ਼ ਇਲ ਟ੍ਰੀਟਡ ਐਟ ਹਿਜ਼ ਅੰਕਲ ਹਾਊਸ। ਠੀਕ ਹੈ ਜੀ, ਯਾਨੀ ਕਿ ਦੋਸਤੋ ਕੀ ਹੈ, ਫਟੀਕ ਜਿਹੜਾ ਸੀਗਾ ਦੋਸਤੋ, ਠੀਕ ਹੈ ਜੀ, ਫਟੀਕ ਜਿਹੜਾ ਹੈਗਾ ਉਸਦੇ ਚਾਚੇ ਦੇ ਘਰ ਬਸ ਮਤਲਬ ਉਹਦੇ ਨਾਲ ਦੋਸਤੋ ਵਧੀਆ ਟ੍ਰੀਟ ਨਹੀਂ ਕੀਤਾ ਜਾ ਰਿਹਾ ਸੀਗਾ ਉਸਦੇ ਚਾਚੇ ਦੇ ਘਰੇ। ਠੀਕ ਹੈ ਜੀ, ਹੀ ਵਾਜ਼ ਆਲਵੇਜ਼ ਸੈਡ। ਠੀਕ ਹੈ ਜੀ, ਉਹ ਜਿਹੜਾ ਹੈਗਾ ਹਮੇਸ਼ਾ ਜਿਹੜਾ ਹੈਗਾ ਦੋਸਤੋ ਉਦਾਸ ਰਹਿੰਦਾ ਸੀ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਦੋਸਤੋ ਕੀ ਹੈ, ਹਾਂਜੀ, ਹੀ ਕੁਡ ਨਾਟ ਪੁੱਟ ਹਿਜ਼ ਮਾਈਂਡ ਔਨ ਹਿਜ਼ ਸਟੱਡੀਜ਼। ਠੀਕ ਹੈ ਜੀ, ਉਹ ਪੜ੍ਹਾਈ ਵਿੱਚ ਜਿਹੜਾ ਆਪਣਾ ਮਨ ਨਹੀਂ ਲਗਾ ਸਕਿਆ। ਨੈਚੁਰਲੀ ਹੀ ਕੁਡ ਨਾਟ ਡੂ ਵੈਲ ਐਟ ਸਕੂਲ। ਠੀਕ ਹੈ ਜੀ, ਤਾਂ ਉਹ ਦੋਸਤੋ ਜਿਹੜਾ ਹੈਗਾ ਸਕੂਲ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦਾ ਸੀ। ਠੀਕ ਹੈ ਜੀ, ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ, ਹਾਂਜੀ, ਤਾਂ ਵਾਈ ਕੁਡ ਨਾਟ ਸਾਸੇਜ ਸੀ ਇਨਸਾਈਡ ਦਾ ਵਾਟਰ। ਠੀਕ ਹੈ ਜੀ, ਤਾਂ ਮਤਲਬ ਦੋਸਤੋ ਇਹਦੇ ਵਿੱਚ ਇਹ ਕਹਿ ਰਿਹਾ ਵਾ ਕਿ ਸਾਸੇਜ ਜਿਹੜਾ ਹੈਗਾ ਪਾਣੀ ਦੇ ਅੰਦਰ ਕਿਉਂ ਨਹੀਂ ਦੇਖ ਸਕਦਾ ਸੀ, ਤਾਂ ਦੋਸਤੋ ਚਲੋ ਅੰਦਰ ਆਨਸਰ ਦੇਖਦੇ ਹਾਂ ਇਹਦਾ, ਸਾਸੇਜ ਹੈਡ ਵੀਕ ਆਈਸਾਈਟ ਐਂਡ ਹੈਡ ਟੂ ਵੀਅਰ ਗਲਾਸਿਸ ਬਟ ਫॉर ਡਾਈਵਿੰਗ ਹੀ ਹੈਡ ਰਿਮੂਵ ਹਿਜ਼ ਗਲਾਸਿਸ, ਦੈਟਸ ਵਾਈ ਹੀ ਕੁਡ ਨਾਟ ਸੀ ਪ੍ਰੋਪਰਲੀ ਇਨਸਾਈਡ ਦਾ ਵਾਟਰ। ਠੀਕ ਹੈ ਜੀ, ਯਾਨੀ ਕਿ ਸਾਸੇਜ ਦੀ ਨਜ਼ਰ ਕਮਜ਼ੋਰ ਸੀ, ਐਨਕਾਂ ਲਗਾਉਣੀਆਂ ਪੈਂਦੀਆਂ ਸਨ, ਪਰ ਗੋਤਾਖੋਰੀ ਲਈ ਉਸ ਨੂੰ ਆਪਣੀਆਂ ਐਨਕਾਂ ਉਤਾਰਨੀ ਪਈ, ਇਸ ਕਾਰਨ ਦੋਸਤੋ ਉਹ ਪਾਣੀ ਦੇ ਅੰਦਰ ਚੰਗੀ ਤਰ੍ਹਾਂ ਨਹੀਂ ਦੇਖ ਸਕਦਾ ਸੀ। ਅਗਲਾ ਪ੍ਰਸ਼ਨ ਹੈ ਦੋਸਤੋ, who was ਕਲਵਰਟਨ ਸਮਿਥ, ਵਾਈ ਡਿਡ ਹੋਮਜ਼ ਵਾਂਟ ਹਿਮ ਫॉर ਦਿਸ ਹਾਂਜੀ ਫॉर ਦਾ ਟ੍ਰੀਟਮੈਂਟ ਆਫ ਡਿਸੀਜ਼ਸ। ਯਾਨੀ ਕਿ ਕਲਵਰਟਨ ਸਮਿਥ ਦੋਸਤੋ ਕੌਣ ਸੀ, ਹੋਮਜ਼ ਉਸ ਦੇ ਇਲਾਜ ਲਈ ਕਿਉਂ ਚਾਹੁੰਦਾ ਸੀ, ਉਸ ਦੀ ਬਿਮਾਰੀ ਦਾ ਇਲਾਜ ਕਿਉਂ ਚਾਹੁੰਦਾ ਸੀ। ਠੀਕ ਹੈ ਜੀ, ਤੇ ਦੋਸਤੋ ਚਲੋ ਦੇਖਦੇ ਹਾਂ ਇਸ ਦਾ ਆਨਸਰ ਕੀ ਹੈ। ਹਾਂਜੀ, ਆ ਦੇਖੋ ਦੋਸਤੋ ਆਹੀ ਹੈ ਨਾ ਤੁਹਾਡਾ, ਆਹੀ ਪ੍ਰਸ਼ਨ ਸੀਗਾ ਬਿਲਕੁਲ। ਹਾਂਜੀ, ਕਲਵਰਟਨ ਸਮਿਥ ਵਾਜ਼ ਅ ਰੈਜ਼ੀਡੈਂਟ ਆਫ ਸੁਮਤਰਾ ਐਂਡ ਟੀ ਪਲਾਂਟਰ। ਠੀਕ ਹੈ ਜੀ, ਯਾਨੀ ਕਿ ਕਲਵਰਟਨ ਸਮਿਥ ਦੋਸਤੋ ਸੁਮਤਰਾ ਦਾ ਵਸਨੀਕ ਸੀ, ਉਹ ਚਾਹ ਦਾ ਮਾਲਿਕ ਸੀਗਾ। ਹੋਮਜ਼ ਵਾਂਟਡ ਹਿਮ ਫॉर ਟ੍ਰੀਟਮੈਂਟ ਆਫ ਡਿਸੀਜ਼ਸ ਓਨਲੀ ਟੂ ਹੈਵ ਹਿਮ ਇਨ ਦਾ ਟਰੈਪ। ਮਤਲਬ ਦੋਸਤੋ ਹੋਮਸ ਜੀ ਜਿਹੜਾ ਉਹ ਚਾਹੁੰਦਾ ਸੀ ਕਿ ਉਸ ਨੂੰ ਆਪਣੀ ਬਿਮਾਰੀ ਦੇ ਇਲਾਜ ਲਈ ਸਿਰਫ ਉਸ ਨੂੰ ਆਪਣੇ ਜਲ ਵਿੱਚ ਫਸਾਉਣ ਲਈ। ਠੀਕ ਹੈ ਜੀ, ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ ਇੱਥੇ, ਵਟ ਡਿਡ ਟੂ ਵੂਮਨ ਡਿਸਕਸ ਵਰ ਦੇ ਰਿਲੇਟਡ ਟੂ ਇਚ ਅਦਰ। ਠੀਕ ਹੈ ਜੀ, ਮਤਲਬ ਦੋਸਤੋ ਦੋ ਔਰਤਾਂ ਕੀ ਚਰਚਾ ਕਰ ਰਹੀ ਸੀ ਕਿ ਇੱਕ ਦੂਜੇ ਨਾਲ ਉਹਨਾਂ ਦਾ ਸੰਬੰਧ ਕੀ ਸੀਗਾ, ਤਾਂ ਦੋਸਤੋ ਚਲੋ ਦੇਖਦੇ ਹਾਂ ਆਨਸਰ ਇਸ ਦਾ। ਆ ਦੇਖੋ ਦੋਸਤੋ, ਦ ਟੂ ਵੂਮਨ ਡਿਸਕਸਡ ਅਬਾਊਟ ਟਾਊਨ ਲਾਈਫ ਐਂਡ ਵਿਲੇਜ ਲਾਈਫ। ਯਾਨੀ ਕਿ ਦੋਸਤੋ ਦੋ ਔਰਤਾਂ ਸ਼ਹਿਰ ਅਤੇ ਪਿੰਡ ਦੇ ਜੀਵਨ ਬਾਰੇ ਚਰਚਾ ਕਰ ਰਹੀ ਸਨ। ਬੋਥ ਆਫ ਦੈਮ ਵਰ ਸਿਸਟਰ। ਠੀਕ ਹੈ, ਦੋਵੇਂ ਜਿਹੜੀਆਂ ਹੈਗੀਆਂ ਨੇ ਕੀ ਸੀਗੀਆਂ, ਉਹ ਭੈਣਾਂ ਜਿਹੜੀਆਂ ਕਿ ਬੋਥ ਆਫ ਦੈਮ ਵਰ ਸਿਸਟਰ, ਇਹ ਮਤਲਬ ਦੋਸਤੋ ਜਿਹੜੇ ਉਹ ਦੋਨੋਂ ਭੈਣਾਂ ਸਨ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਦੋਸਤੋ ਕੀ ਹੈ, ਦ ਐਲਡਰ ਵਨ ਸਪੀਕ ਇਨ ਪ੍ਰੇਜ਼ ਆਫ ਟਾਊਨ ਲਾਈਫ। ਠੀਕ ਹੈ ਜੀ, ਤੇ ਦੋਸਤੋ ਉਹ ਜਿਹੜਾ ਹੈਗਾ ਵਾ ਮਤਲਬ ਇੱਕ ਤਾਂ ਦੋਸਤੋ ਜਿਹੜੀ ਹੈਗੀ ਸ਼ਹਿਰ ਦੀ ਵਡਿਆਈ ਕਰ ਰਹੀ ਸੀਗੀ ਦੋਸਤੋ, ਤੇ ਦੂਸਰੀ ਜਿਹੜੀ ਹੈਗੀ ਆ ਦੋਸਤੋ ਆਪਣਾ ਕਿਹਦੀ ਕਰ ਰਹੀ ਸੀਗੀ, ਉਹ ਦੇ ਸਪੀਕ ਇਨ ਪ੍ਰੇਜ਼ ਆਫ ਟਾਊਨ ਲਾਈਫ, ਦੇ ਯੰਗਰ ਪ੍ਰੇਜ਼ਡ ਦਾ ਕੰਟਰੀ ਲਾਈਫ। ਠੀਕ ਹੈ ਜੀ, ਮਤਲਬ ਦੋਸਤੋ ਇੱਕ ਤਾਂ ਜਿਹੜੀ ਹੈਗੀ ਆ ਤਾਰੀਫ ਕਰ ਰਹੀ ਸੀਗੀ ਆਪਣੀ ਸ਼ਹਿਰ ਦੀ, ਤੇ ਇੱਕ ਦੋਸਤੋ ਜਿਹੜੀ ਹੈਗੀ ਤਾਰੀਫ ਕਰ ਰਹੀ ਸੀਗੀ ਉਹ ਕੰਟਰੀ ਲਾਈਫ ਦੀ। ਇੱਥੇ ਇਹਨਾਂ ਨੇ ਇਸ ਤਰ੍ਹਾਂ ਲਿਖਿਆ ਹੋਇਆ ਆਨਸਰ ਇਸ ਦਾ।
ਤੇ ਦੋਸਤੋ ਜਿਹੜਾ ਇਹ ਪ੍ਰਸ਼ਨ ਹੈ ਨਾ ਤੁਸੀਂ ਉਹ ਰਹਿਣ ਦਿਓ, ਆਹ ਵਾਲਾ ਕਰੋ, ਕਿਉਂਕਿ ਉੱਥੇ ਥੋੜਾ ਨਾ ਗਲਤ ਜਿਹਾ ਲਿਖਿਆ ਹੋਇਆ ਦਾ ਟੂ ਵੂਮਨ ਡਿਸਕਸ ਅਬਾਊਟ ਦਾ ਸਿਟੀ ਲਾਈਫ, ਠੀਕ ਹੈ ਜੀ, ਐਂਡ ਦਾ ਅਦਰ ਜਿਹੜੀ ਹੈਗੀ ਉਹ ਵਿਲੇਜ ਲਾਈਫ ਦੀ ਕਰ ਰਹੀ ਸੀ। ਵਨ ਵੂਮਨ ਲਿਵਡ ਇਨ ਦਾ ਸਿਟੀ, ਠੀਕ ਹੈ ਜੀ, ਤੇ ਵਨ ਲਿਵਡ ਇਨ, ਦੋਸਤੋ ਦੇਖ ਸਕਦੇ ਹੋ ਕਿੱਥੇ, ਇਨ ਦਾ ਵਿਲੇਜ, ਦਾ ਬੋਥ ਵਰ ਸਿਸਟਰ। ਇਸ ਤਰ੍ਹਾਂ ਤੁਸੀਂ ਇਹਨਾਂ ਦਾ ਆਂਸਰ ਲਿਖ ਲਿਓ ਉਹ ਵਾਲਾ। ਹਾਂਜੀ, ਤਾਂ ਅਗਲਾ ਪ੍ਰਸ਼ਨ ਹੈ ਦੋਸਤੋ, ਵਨ ਵਟ ਡਿਡ ਦਾ ਚੀਫ ਐਗਰੀ ਟੂ ਸੈਲ ਲੈਂਡ ਟੂ ਪਖੋਮ, ਠੀਕ ਹੈ, ਮੁਖੀ ਜਿਹੜਾ ਸੀਗਾ ਦੋਸਤੋ, ਮੁਖੀ ਕਿਸ ਸ਼ਰਤ ਤੇ ਪਖੋਮ ਨੂੰ ਜ਼ਮੀਨ ਵੇਚਣ ਲਈ ਸਹਿਮਤ ਹੋਏ। ਤਾਂ ਦੋਸਤੋ ਚਲੋ ਇਸਦਾ ਆਂਸਰ ਦੇਖਦੇ ਹਾਂ। ਆ ਦੇਖੋ ਦੋਸਤੋ ਆਹੀ ਪ੍ਰਸ਼ਨ ਆ, ਤਾਂ ਦੇਖੋ ਫॉर 1000 ਰਬਲਸ, ਠੀਕ ਹੈ ਜੀ, ਯਾਨੀ ਕਿ 1000 ਰਬਲ ਲਈ, ਠੀਕ ਹੈ ਜੀ, ਪਖੋਮ ਕੁਡ ਹੈਵ ਐਜ਼ ਮੱਚ ਲੈਂਡ ਐਜ਼ ਹੀ ਕੁਡ ਵਾਕ ਅਰਾਊਂਡ ਇਨ ਅ ਡੇ, ਠੀਕ ਹੈ ਜੀ, ਤਾਂ ਜਿੰਨੀ ਉਹ ਇੱਕ ਦਿਨ ਵਿੱਚ ਘੁੰਮ ਸਕਦਾ ਸੀ, ਠੀਕ ਹੈ ਜੀ, ਬਟ ਦਿਸ ਵਾਜ਼ ਵਨ ਕੰਡੀਸ਼ਨ, ਠੀਕ ਹੈ ਜੀ, ਪਰ ਇੱਕ ਸ਼ਰਤ ਸੀ, ਠੀਕ ਹੈ, ਹੀ ਹੈਡ ਟੂ ਕਮ ਬੈਕ ਟੂ ਦਾ ਸਟਾਰਟਿੰਗ ਪੁਆਇੰਟ ਬਿਫੋਰ ਸਨਸੈਟ, ਠੀਕ ਹੈ, ਉਸ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਸ਼ੁਰੂਆਤੀ ਬਿੰਦੂ ਤੇ ਵਾਪਸ ਆਉਣਾ ਪਿਆ, ਠੀਕ ਹੈ ਜੀ, ਆਉਣਾ ਪੈਣਾ ਸੀ। ਤੇ ਦੋਸਤੋ ਹੁਣ ਦੇਖੋ ਕੀ ਹੈ ਪ੍ਰਸ਼ਨ ਆਪਣਾ, ਹਾਂਜੀ ਇਹ ਵਾਲਾ ਹੋ ਗਿਆ। ਹੁਣ ਅਗਲਾ ਦੋਸਤੋ ਦੇਖੋ ਪੇਜ ਦੇ ਵਿੱਚ ਕਿ ਅਟੈਂਪਟ ਐਨੀ ਵਨ ਕੁਐਸਚਨ ਸੈਂਟਰਲ ਆਈਡੀਆ ਵਾ ਦੋਸਤੋ, ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ ਦਾ, ਠੀਕ ਹੈ ਜੀ, ਤਾਂ ਦੋਸਤੋ ਚਲੋ ਦੇਖਦੇ ਹਾਂ ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ, ਤਾਂ ਸੈਂਟਰਲ ਆਈਡੀਆ ਦੇਖੋ ਕੀ ਹੈ, ਦਾ ਪੋਇਟ ਪ੍ਰੇਜ਼ ਟੂ ਗॉड ਟੂ ਟਰਨ ਹਿਜ਼ ਕੰਟਰੀ ਇਨਟੂ ਹੀਵਨ ਆਫ ਫਰੀडम, ਠੀਕ ਹੈ ਜੀ, ਯਾਨੀ ਕਿ ਦੋਸਤੋ ਕਵੀ ਪਰਮਾਤਮਾ ਅੱਗੇ ਦੋਸਤੋ ਅਰਦਾਸ ਕਰਦਾ ਹੈ ਕਿ ਉਹ ਆਪਣੇ ਦੇਸ਼ ਦੀ ਜਿਹੜੀ ਹੈਗੀ ਆ ਆਜ਼ਾਦੀ ਦੇ ਸਵਰਗ ਵਿੱਚੋਂ ਬਦਲ ਦੇਵੇ, ਠੀਕ ਹੈ ਜੀ। ਤੇ ਅੱਗੇ ਹੈ ਦੋਸਤੋ, ਹੀ ਪ੍ਰੇਜ਼ ਦੈਟ ਹਿਜ਼ ਕੰਟਰੀਮੈਨ ਸ਼ੁੱਡ ਗਿਵ ਅਪ ਆਲ ਦਾ ਆਲ ਦੈਟ ਇਜ਼ ਐਵਿਲ, ਠੀਕ ਹੈ ਜੀ, ਯਾਨੀ ਕਿ ਦੋਸਤੋ ਉਹ ਜਿਹੜਾ ਹੈਗਾ ਦੋਸਤੋ ਪ੍ਰਾਰਥਨਾ ਕਰਦਾ ਕਿ ਉਸ ਦੇ ਦੇਸ਼ ਵਾਸੀਆਂ ਨੂੰ ਦੋਸਤੋ ਉਹ ਸਭ ਕੁਝ ਛੱਡ ਦੇਣਾ ਚਾਹੀਦਾ ਹੈ ਜੋ ਬੁਰਾਈ ਹੈ, ਠੀਕ ਹੈ ਜੀ। ਤੇ ਅੱਗੇ ਹੈ ਦੋਸਤੋ ਉਹਨਾਂ ਨੂੰ ਜਿਹੜਾ ਹੈਗਾ ਵਾ ਦੇ ਸ਼ੁੱਡ not be narrow minded, only they can his country gain freedom in the real sense, ਉਹਨਾਂ ਨੂੰ ਜਿਹੜਾ ਹੈਗਾ ਤੰਗ ਦਿਮਾਗ ਨਹੀਂ ਹੋਣਾ ਚਾਹੀਦਾ ਹੈ, ਠੀਕ ਹੈ ਜੀ, ਤਾਂ ਹੀ ਉਸ ਨੂੰ ਜਿਹੜਾ ਹੈਗਾ ਦੇਸ਼ ਦੀ ਅਸਲ ਅਰਥਾਂ ਵਿੱਚ ਆਜ਼ਾਦੀ ਮਿਲ ਸਕਦੀ ਹੈ, ਠੀਕ ਹੈ ਜੀ, ਤੇ ਇਹ ਇਸਦਾ ਆਂਸਰ ਹੋ ਗਿਆ। ਤੇ ਹੁਣ ਦੋਸਤੋ ਆਪਣਾ ਅਗਲਾ ਕੀ ਸੀਗਾ ਇਹਦੇ ਨਾਲ ਦੋਸਤੋ ਹਾਂ ਤੁਹਾਡੀ ਸਟੈਂਜਾ ਵਾ, ਠੀਕ ਹੈ ਜੀ, ਹੀ ਨਿਊ ਹਿਜ਼ ਵਿੰਡਸ ਦੇਅਰ ਟ੍ਰੈਫਿਕ ਲੇਨਸ, ਠੀਕ ਹੈ ਜੀ, ਤਾਂ ਦੋਸਤੋ ਦੇਖੋ ਆਹੀ ਹੈ ਨਾ ਤੁਹਾਡਾ, ਠੀਕ ਹੈ ਜੀ, ਤਾਂ ਇਹ ਤੁਹਾਡਾ ਹੈਗਾ ਵਾ। ਤੇ ਹੁਣ ਦੋਸਤੋ ਚਲੋ ਇਸਦਾ ਆਂਸਰ ਦੇਖ ਲੈਂਦੇ ਹਾਂ। ਪਹਿਲਾ ਪ੍ਰਸ਼ਨ ਦੋਸਤੋ ਕੀ ਹੈ ਇਹ, ਹਾਂਜੀ ਇਹ ਪਹਿਲਾ ਹੈ ਦੋਸਤੋ, ਨੇਮ ਦਾ ਪੋਇਮ ਐਂਡ ਦਾ ਪੋਇਟ, ਤਾਂ ਦੋਸਤੋ ਦੇਖੋ ਆਹੀ ਵਾਲੀ ਤੁਹਾਡੀ ਹੈਗੀ ਆ ਸੇਮ, ਠੀਕ ਹੈ ਜੀ, ਤਾਂ ਇਹਦੇ ਵਿੱਚ ਨਾ ਪੋਇਟ ਤੇ ਪੋਇਮ ਦਾ ਨਾਂ ਤਾਂ ਦਿੱਤਾ ਨਹੀਂ, ਮੈਂ ਦੱਸ ਦੇਣਾ, ਚਲੋ ਦੇਖੋ ਪਹਿਲਾਂ ਸਮਝਾ ਦੇਣਾ ਲਿਖਿਆ ਕੀ ਹੋਇਆ ਵਾ, ਜਿਹੜਾ ਇਹ ਤੁਹਾਡਾ ਲਿਖਿਆ ਹੋਇਆ ਨਾ ਕੀ ਹੈ ਇਹਦਾ ਮਤਲਬ, ਹੀ ਨਿਊ ਹਿਜ਼ ਵਾਈਂਡਸ, ਠੀਕ ਹੈ ਜੀ, ਮਤਲਬ ਦੋਸਤੋ ਉਹ ਉਸ ਦੀਆਂ ਹਵਾਵਾਂ ਨੂੰ ਜਾਣਦਾ ਸੀ, ਠੀਕ ਹੈ ਜੀ, ਉਹਨਾਂ ਦੀ ਆਵਾਜਾਈ ਦੇ ਰਸਤੇ, ਠੀਕ ਹੈ ਜੀ, ਯਾਨੀ ਕਿ ਕੀ ਲਿਖਿਆ ਦੋਸਤੋ, ਦੇਅਰ ਟ੍ਰੈਫਿਕ ਲੇਨਸ, ਹੀ ਨਿਊ ਦਾ ਟਾਈਗਰ ਵੁੱਡ ਸਮੈਲ ਹਿਮ ਆਊਟ, ਠੀਕ ਹੈ ਜੀ, ਇਫ ਦੇ ਡਾਊਨ ਵਾਈਂਡ ਸੋ ਹੀ ਵੁੱਡ ਬੈਲੀ ਕ੍ਰੋਲ ਐਂਡ ਕਰੋਚ, ਯਾਨੀ ਕਿ ਦੋਸਤੋ ਉਹ ਜਾਣਦਾ ਸੀ ਕਿ ਹਿਰਨ ਉਸ ਨੂੰ ਜਿਹੜਾ ਹੈਗਾ ਸੁੰਘ ਲਵੇਗਾ ਜੇ ਉਹ ਹੇਠ ਹਵਾ ਹੁੰਦੇ, ਇਸ ਲਈ ਉਹ ਦੋਸਤੋ ਬੈਲੀ ਕਰੋਤ ਅਲ ਝੁਕਦਾ ਰਹੇਗਾ, ਠੀਕ ਹੈ ਜੀ। ਤੇ ਹੁਣ ਦੋਸਤੋ ਚਲੋ ਦੱਸਦਾ ਤੁਹਾਨੂੰ ਇਹਨਾਂ ਦੇ ਪ੍ਰਸ਼ਨ ਦੇ ਉੱਤਰ। ਤਾਂ ਦੇਖੋ ਦੋਸਤੋ ਇਹਦੇ ਵਿੱਚ ਆਪਣੇ ਪ੍ਰਸ਼ਨ ਪਹਿਲਾਂ ਕੀ ਪੁੱਛਿਆ ਇਹਨਾਂ ਨੇ, ਨੇਮ ਦਾ ਪੋਇਮ ਐਂਡ ਦਾ ਪੋਇਟ, ਤਾਂ ਦੋਸਤੋ ਦੇਖੋ ਪੋਇਮ ਜਿਹੜੀ ਹੈਗੀ ਆ ਉਹ ਹੈਗੀ ਆ ਰਜੀਆ ਦਾ ਟਾਈਗਰਸ ਦੇ ਵਿੱਚੋਂ, ਠੀਕ ਹੈ ਜੀ, ਰਜੀਆ ਦਾ ਟਾਈਗਰਸ ਦੇ ਵਿੱਚੋਂ ਇਹ ਪੋਇਮ ਆ, ਤੇ ਪੋਇਟ ਹੈਗੇ ਦੋਸਤੋ ਇਸਦੇ ਆਪਣੇ KKN ਦਾਰੂਵਾਲਾ, ਠੀਕ ਹੈ ਜੀ, KKN ਦਾਰੂਵਾਲਾ ਇਸਦੇ ਜਿਹੜੇ ਹੈਗੇ ਆਪਣੇ ਪੋਇਟ ਨੇ, ਠੀਕ ਹੈ। ਸਪੈਲਿੰਗ ਤੁਹਾਨੂੰ ਦਿਖਾ ਦੇਣਾ, ਰੁਕੋ ਮੈਂ ਆ ਦੇਖ ਲਓ ਦੋਸਤੋ, ਦ ਨੇਮ ਆਫ ਦਾ ਪੋਇਮ ਇਜ਼ ਰਜੀਆ ਦਾ ਟਾਈਗਰਸ, ਦ ਨੇਮ ਆਫ ਦਾ ਪੋਇਟ ਇਜ਼ KKN ਦਾਰੂਵਾਲਾ, ਠੀਕ ਹੈ ਜੀ, ਆਹ ਤੁਹਾਡਾ ਪਹਿਲੇ ਕੁਐਸਚਨ ਦਾ ਆਂਸਰ ਹੋ ਜਾਏਗਾ। ਤੇ ਦੋਸਤੋ ਦੂਸਰਾ ਪ੍ਰਸ਼ਨ ਹੈ, ਹੂ ਇਜ਼ ਹੀ ਇਨ ਦਾ ਗਿਵਨ ਸਟੈਂਜਾ, ਠੀਕ ਹੈ ਜੀ, ਤਾਂ ਮਤਲਬ ਕਿ ਆਹ ਜਿਹੜੀ ਤੁਹਾਡੀ ਮਤਲਬ ਇਹ ਲਾਈਨ ਕਿਸ ਕੋਈ ਇਹ ਦੋਸਤੋ ਜਿਹੜਾ ਹੈਗਾ ਵਾ ਕੀ ਹੈ ਇਹਦਾ ਮਤਲਬ ਆਪਣਾ ਇਹਦਾ ਦੋਸਤੋ ਇਹਦਾ ਆਂਸਰ ਦੇਖਦੇ ਹਾਂ ਪਹਿਲਾਂ ਆਪਾਂ ਹੈਗਾ ਵੀ ਹੈ ਕਿ ਨਹੀਂ ਇਹਦੇ ਵਿੱਚ, ਠੀਕ ਹੈ ਜੀ। ਤਾਂ ਆਹ ਦੇਖੋ ਦੋਸਤੋ ਇਹਦੇ ਵਿੱਚ ਦੋਸਤੋ ਇਹ ਕੁਐਸਚਨ ਦਿੱਤਾ ਤਾਂ ਨਹੀਂ ਹੋਇਆ ਵਾ, ਤਾਂ ਦੋਸਤੋ ਇਹ ਦਿੱਤਾ ਤਾਂ ਨਹੀਂ ਹੋਇਆ, ਬਟ ਮੈਂ ਤੁਹਾਨੂੰ ਚਲੋ ਦੱਸ ਦੇਣਾ ਇਹਦੇ ਵਿੱਚ ਕੀ ਹੈ। ਇਹਦੇ ਵਿੱਚ ਇਹੀ ਪੁੱਛਿਆ ਕਿ ਹੂ ਇਜ਼ ਹੀ, ਮਤਲਬ ਦੋਸਤੋ ਕਿ ਜਿਹੜਾ ਹੈਗਾ ਦਿੱਤੀ ਗਈ ਲਾਈਨਾਂ ਵਿੱਚ ਉਹ ਕੌਣ ਹੈ, ਹੀ ਕੌਣ ਹੈ। ਤਾਂ ਦੋਸਤੋ ਦੇਖੋ ਹੀ ਨਿਊ, ਹੀ ਦੋਸਤੋ ਇੱਥੇ ਜਿਹੜਾ ਹੈਗਾ ਵਾ ਸ਼ੇਰੂ ਆ, ਠੀਕ ਹੈ, ਟਿਕ ਲਾ ਲਓ ਦੋਸਤੋ, ਹੂ ਇਜ਼ ਹਿਨ, ਤਾਂ ਦੋਸਤੋ ਸ਼ੇਰੂ ਇਜ਼ ਦਾ ਰਾਈਟ ਆਂਸਰ ਹੋ ਜਾਏਗਾ, ਜਿਵੇਂ ਕਿ ਤੁਹਾਨੂੰ ਦਿਖਾ ਵੀ ਦਿੰਦਾ। ਆ ਦੇਖੋ ਦੋਸਤੋ ਸ਼ੇਰੂ ਦੇ ਸਪੈਲਿੰਗ ਇਸ ਤਰ੍ਹਾਂ ਵਾ, ਠੀਕ ਹੈ ਜੀ, ਸ਼ੇਰੂ ਮੇਲ ਟਾਈਗਰ, ਦਿਸ ਲਾਈਨ ਰੈਫਰਸ ਟੂ ਸ਼ੇਰੂ ਮੇਲ ਟਾਈਗਰ, ਇਸ ਦਾ ਇਹ ਆਂਸਰ ਹੋਏਗਾ, ਠੀਕ ਹੈ ਜੀ। ਆਹ ਪਹਿਲਾ ਵਾਲਾ ਆਂਸਰ ਤੁਸੀਂ ਲਾ ਲਿਓ। ਹੀ ਕੌਣ ਆ ਦੋਸਤੋ ਇੱਥੇ ਨਾ, ਹੀ ਮਤਲਬ ਜਿਹੜਾ ਆ ਦੇਖੋ ਹੀ ਨਿਊ ਹਿਜ਼ ਵਾਈਂਡਸ, ਠੀਕ ਹੈ ਜੀ, ਵਾਈਂਡਸ ਨੂੰ ਹਵਾਵਾਂ ਨੂੰ ਦੋਸਤੋ ਕੌਣ ਜਾਣਦਾ ਸੀਗਾ, ਸ਼ੇਰੂ ਹੀ ਜਾਣਦਾ ਸੀਗਾ, ਇੱਥੇ ਦੋਸਤੋ ਆਪਣਾ ਸ਼ੇਰੂ ਹੋ ਜਾਏਗਾ, ਠੀਕ ਹੈ ਜੀ। ਵਟ ਡਿਡ ਹੀ ਨੋ, ਠੀਕ ਹੈ ਜੀ, ਉਸ ਨੂੰ ਕੀ ਪਤਾ ਸੀ, ਠੀਕ ਹੈ ਜੀ, ਤਾਂ ਦੋਸਤੋ ਇਹਦਾ ਆਂਸਰ ਆ ਜਾਏਗਾ, ਆਹ ਵਾਲਾ ਆਂਸਰ ਆ ਜਾਏਗਾ, ਹੀ ਨਿਊ ਹਿਜ਼ ਵਾਈਂਡਸ, ਠੀਕ ਹੈ ਜੀ, ਹੀ ਨਿਊ ਇਜ਼ ਵਾਈਂਡਸ, ਯਾਨੀ ਕਿ ਉਹ ਉਸ ਦੀਆਂ ਹਵਾਵਾਂ ਨੂੰ ਜਾਣਦਾ ਸੀ, ਠੀਕ ਹੈ ਜੀ। ਤਾਂ ਇਹ ਵਾਲਾ ਆਂਸਰ ਹੋ ਜਾਏਗਾ, ਇਹਦੇ ਵਿੱਚ ਆਹੀ ਆਂਸਰ ਲਿਖ ਦਿਓ ਤੀਸਰੇ ਦਾ ਵੀ, ਠੀਕ ਹੈ ਜੀ, ਆਹ ਰਾਈਟ ਆਂਸਰ ਹੋ ਜਾਏਗਾ। ਤੇ ਸੈਕਸ਼ਨ ਸੀ ਹੁਣ ਵੋਕੈਬਲਰੀ ਆ, ਤਾਂ ਦੋਸਤੋ ਦੇਖੋ ਵੋਕੈਬਲਰੀ ਕੋਈ ਜ਼ਿਆਦਾ ਔਖੀ ਹੈ ਨਹੀਂ, ਇਹਦੇ ਵਿੱਚ ਸੌਖੀ ਜੀ ਵੋਕੈਬਲਰੀ ਆ ਦੋਸਤੋ। ਚਲੋ ਕੀ ਹੈ ਦੋਸਤੋ, ਫਿਲਿੰਗ ਦਾ ਬਲੈਂਕਸ, ਚੂਜ਼ਿੰਗ ਦਾ ਕਰੈਕਟ ਵਰਡ ਗਿਵਨ ਇਨ ਬ੍ਰੈਕਟਸ, ਤਾਂ ਦੇਖੋ ਇਟ ਇਜ਼ ਅ ਗੁੱਡ ਹੈਬਿਟ ਟੂ ਰਾਈਟ ਡੈਸ਼, ਠੀਕ ਹੈ ਜੀ, ਯਾਨੀ ਕਿ ਦੋਸਤੋ ਲਿਖਣ ਚੰਗੀ ਆਦਤ ਹੈ, ਕਿਸ ਤਰ੍ਹਾਂ ਦੋਸਤੋ ਇਹਦਾ ਆ ਜਾਏਗਾ ਡੈਰੀ, ਠੀਕ ਹੈ ਜੀ। ਅੱਗੇ ਦੋਸਤੋ ਯੂਜ਼ ਦਾ ਗਿਵਨ ਈਡੀਅਮ ਇਨ ਅ ਸੈਂਟੈਂਸ, ਯਾਨੀ ਕਿ ਐਪਲ ਆਫ
ठीक है जी। की है दोस्तों अपना, हाँ जी, एप्पल ऑफ वंस आई, ठीक है जी। तो दोस्तों ਇਹਦਾ ਕੀ ਆ ਜਾਏਗਾ अपना, हाँ जी, ਇਹਦਾ ਆ ਜਾਏਗਾ दोस्तों हिज डॉटर इज़ द एप्पल ऑफ हिज आई, ठीक है जी। मतलब दोस्तों उसकी धी उसदियाँ ਅੱਖਾਂ ਦਾ ਜਿਹੜਾ ਹੈਗਾ ਸੇਬ ਇਸ ਤਰ੍ਹਾਂ ਜਿਹੜਾ ਹੈਗਾ ਤੁਸੀਂ ਲਿਖ ਦੇਣਾ ਵਾ, ਠੀਕ ਹੈ ਜੀ। मतलब ਆਹ ਸੈਂਟੈਂਸ ਬਣ ਜਾਊਗਾ दोस्तों ਇਹ ਵਾਲੇ ਦਾ, ठीक है जी। हिज डॉटर इज़ द एप्पल ऑफ हिज आई, ठीक है जी। ਤੇ ਅਗਲਾ ਦੋਸਤੋ ਦੇਖੋ ਕੀ ਹੈ, ਸੈਕਸ਼ਨ ਡੀ ਆ। ਤਾਂ ਸੈਕਸ਼ਨ ਡੀ ਦੇ ਵਿੱਚ ਟਰਾਂਸਲੇਸ਼ਨ ਤੇ ਗ੍ਰਾਮਰ ਨੇ। ਤਾਂ ਦੇਖੋ ਦੋਸਤੋ ਇਹਦੇ ਵਿੱਚ ਕੀ ਆ, ਇਹਦੇ ਵਿੱਚ ਤੁਸੀਂ ਆ ਪੰਜਾਬੀ ਤੇ ਹਿੰਦੀ ਦੇ ਵਿੱਚ ਇਹਨੂੰ ਕਨਵਰਟ ਕਰਨਾ ਵਾ, ਆਹ ਵਾਲਾ ਜਿਹੜਾ ਤੁਹਾਡਾ ਦਿੱਤਾ ਹੋਇਆ ਵਾ, ਠੀਕ ਹੈ। ਵੀ ਥਿੰਕ ਦ ਅਰਥ ਇਜ਼ ਵੈਰੀ ਬਿਗ। ਤਾਂ ਦੋਸਤੋ ਇਸ ਨੂੰ ਪਹਿਲਾਂ, ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਪੰਜਾਬੀ ਦੇ ਵਿੱਚ। ਤਾਂ ਅਸੀਂ ਸੋਚਦੇ ਹਾਂ ਕਿ ਧਰਤੀ ਬਹੁਤ ਵੱਡੀ ਹੈ, ਤੇ ਹਿੰਦੀ ਦੇ ਵਿੱਚ ਹਮ ਸੋਚते हैं कि पृथ्वी बहुत बड़ी है, ठीक है जी। तो दोस्तों अपना अगला की है, यू हैव लिबर्टी टू लॉ एट मी, ठीक है जी। तो इसमें दोस्तों पंजाबी ਦੇ लिखांगे ਤੁਹਾਨੂੰ ਮੇਰੇ ਤੇ ਹੱਸਣ ਦੀ ਆਜ਼ਾਦੀ ਹੈ, ठीक है जी। हिंदी च आपको मुझ पर हंसने की आज़ादी है। आगे है दोस्तों अपना फटीक रिफ्यूज्ड टू मूव, ठीक है जी। तो इसमें लिखांगे दोस्तों असी फटीक ने जान तो इनकार कर दिता, ठीक है जी। हिंदी में लिखेंगे दोस्तों फटीक ने जाने से मना कर दिया या फिर हिलने से मना कर दिया, ठीक है जी। ये तुसी देख लेना किवें लिखना वा। अगे है दोस्तों तुहाडा हिंदी ते पंजाबी दे विच आह दिता होया वा, इसनूं हुण तुसी इंग्लिश दे विच कन्वर्ट करना वा। जिवें कि दोस्तों सब तो पहला है यह खबर सच्ची है। तो दोस्तों इसनूं देखो किस तरह लिखांगे। तो इसनूं लिखांगे दोस्तों दिस न्यूज़ इज़ ट्रू, ठीक है जी। तो अगला दोस्तों की है अपना पौधों ਨੂੰ पानी कौन दे रहा है। तो दोस्तों इसनूं लिखांगे हू इज़ वाटरिंग द प्लांट्स, ठीक है जी। अगला दोस्तों की है मैनू जान दिओ। तो दोस्तों इसनूं लिखांगे आपां लैट मी गो, ठीक है जी। तो हुण दोस्तों अपना अगला की है, अगला है दोस्तों डू एज डायरैक्टर ने। तो चेंज द फॉलोइंग इनटू इनडायरैक्ट स्पीच। मतलब दोस्तों जिहड़ा हैगा इहनूं असिद्धे भाषण दे विच लिखना वा। पूनम सैड टू मी हार्ड वर्क इज़ द की टू सक्सैस। तो दोस्तों ਇਹਦਾ ਮੈਨੂੰ ਲੱਗਦਾ इस तरह तुसीं लिखोगे पूनम सैड टू मी, पूनम टोल्ड मी, पूनम टोल्ड टू मी हार्ड वर्क इज़ द की, हार्ड वर्क इज़ द की टू सक्सैस, ठीक है जी। इस तरह तुसीं लिखोगे ਇਹਦਾ पूनम टोल्ड मी हार्ड वर्क इज़ द की, हार्ड वर्क इज़ द की टू सक्सैस। ਇਹ ਮੈਨੂੰ ਲੱਗਦਾ ਤੁਸੀਂ ਇਸ ਤਰ੍ਹਾਂ ਲਿਖੋਗੇ। ਬਾਕੀ ਤੁਸੀਂ ਮੈਨੂੰ ਇਹਦਾ ਕਮੈਂਟ ਦੇ ਵਿੱਚ ਦੱਸੋ ਕਿ ਕੀ ਆਏਗਾ, पूनम एडवाइस टू मी या पूनम टोल्ड टू मी हार्ड वर्क इज़ द की ऑफ सक्सैस। ਇਹ ਬਾਕੀ ਕੋਮਾ ਵਗੈਰਾ ਹਟਾ ਦੇਣਾ, ਠੀਕ ਹੈ ਜੀ। ਇਸ ਤਰ੍ਹਾਂ ਹੋਏਗਾ ਮੈਨੂੰ ਲੱਗਦਾ, ਠੀਕ ਹੈ। ਇਹ ਬਾਕੀ ਤੁਸੀਂ ਮੈਨੂੰ ਦੱਸੋ। ਅੱਗੇ ਰੀਰਾਈਟ ਦਾ ਫੋਲੋਇੰਗ ਸੈਂਟੈਂਸ ਯੂਜ਼ਿੰਗ ਪ੍ਰੈਜ਼ੈਂਟ ਕੰਟੀਨਿਊਸ ਟੈਂਸ, यानी कि ਵੀ ਪਲੇ ਇਨ ਗਰਾਊਂਡ। यानी कि दोस्तों ਇਹ ਜਿਹੜਾ ਤੁਹਾਡਾ ਦਿੱਤਾ ਹੋਇਆ ਵਾ ਇਹ ਬਰਡ, ਠੀਕ ਹੈ ਜੀ। ਤਾਂ ਇਸ ਨੂੰ ਅਸੀਂ ਗਰਾਊਂਡ ਵਿੱਚ ਖੇਡਦੇ ਹਾਂ, ਠੀਕ ਹੈ। ਇਸ ਨੂੰ ਜਿਹੜਾ ਹੈਗਾ ਵਾ ਵਰਤਮਾਨ ਨਿਰੰਤਰ ਕਾਲ ਦੀ ਸਥਿਤੀ ਵਿੱਚ ਲਿਖਣਾ ਵਾ। ਤਾਂ ਦੋਸਤੋ ਚਲੋ ਇਸ ਦਾ ਆਨਸਰ ਦੇਖ ਲੈਂਦੇ ਆ। ਆ ਮੈਂ ਲੱਭਿਆ ਵੀ ਹੋਇਆ ਹੈ, ਆ ਦੇਖੋ ਦੋਸਤੋ। ਇਸ ਨੂੰ ਲਿਖਾਂਗੇ ਆਪਾਂ ਵੀ ਆਰ ਪਲੇਇੰਗ ਇਨ ਦਾ ਗਰਾਊਂਡ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਵਿੱਚ, ਠੀਕ ਹੈ ਜੀ। ਅਗਲਾ ਦੋਸਤੋ ਤੁਹਾਡਾ ਕੀ ਹੈ, ਹਾਂਜੀ ਅਗਲਾ ਹੈ ਦੋਸਤੋ ਪੰਕਚੁਏਟ ਦਾ ਫੋਲੋਇੰਗ ਸੈਂਟੈਂਸ। यानी कि दोस्तों ਜਿਹੜਾ ਹੈਗਾ ਵਾ ਤੁਸੀਂ ਇਹਦੇ ਵਿੱਚ ਦੋਸਤੋ ਵਿਰਾਮ ਚਿੰਨ੍ਹ ਲਾਉਣਾ ਵਾ, ਠੀਕ ਹੈ ਜੀ। ਮੇ ਆਈ ਕਮ ਇਨ ਸਰ। ਤਾਂ ਦੋਸਤੋ ਇਸ ਨੂੰ ਤੁਸੀਂ ਇਸ ਤਰ੍ਹਾਂ ਲਿਖਣਾ ਵਾ, ਆ ਦੇਖੋ ਸਰ ਮੇ ਆਈ ਕਮ ਇਨ। ਤਾਂ ਇਸ ਤਰ੍ਹਾਂ ਇਹ ਤੁਸੀਂ ਵਿਸ਼ਰਾਮ ਚਿੰਨ੍ਹ ਇੱਥੇ ਜਿਹੜੇ ਹੈਗੇ ਵਿਰਾਮ ਚਿੰਨ੍ਹ ਲਾਉਣੇ ਹਨ, ਲਾਸਟ ਦੇ ਵਿੱਚ ਇਹ ਲੱਗੂਗਾ ਤੇ ਆਹ ਇੱਥੇ ਲੱਗੂਗਾ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਤੁਸੀਂ ਇਸ ਨੂੰ ਲਿਖਣਾ ਵਾ। ਅੱਗੇ ਹੈ ਦੋਸਤੋ ਆਪਣਾ ਫਿਲਿੰਗ ਦਾ ਬਲੈਂਕ ਵਿਦ ਸੁਟੇਬਲ ਮੋਡਲ। यानी कि दोस्तों ਬ੍ਰੈਕਟਾਂ ਵਿੱਚ ਜਿਹੜਾ ਹੈਗਾ ਦੋਸਤੋ कि ਉੱਪਰ ਵਾਲੇ ਦਾ ਦੋਸਤੋ ਇਹ ਮਤਲਬ ਆ ਕਿ ਮੈਂ ਅੰਦਰ ਆ ਸਕਦਾ ਹਾਂ ਸਰ। ਤਾਂ ਇਸ ਤਰ੍ਹਾਂ ਇਹ ਲਿਖਿਆ ਹੋਇਆ ਵਾ। ਤੇ ਅੱਗੇ ਹੈ ਦੋਸਤੋ ਫਿਲਿੰਗ ਦਾ ਬਲੈਂਕ ਵਿਦ ਸੁਟੇਬਲ ਮੋਡਲ, ਠੀਕ ਹੈ। ਮੋਡਲ ਦੀ ਵਰਤੋਂ ਕਰਕੇ ਖਾਲੀ ਥਾਂ ਨੂੰ ਭਰੋ। ਤਾਂ ਦੋਸਤੋ ਦੇਖੋ ਕੀ ਆਏਗਾ, ਹੀ ਡੈਸ਼ ਨਾਟ ਹੈਲਪ ਲਾਉਇੰਗ, ਠੀਕ ਹੈ ਜੀ। ਤਾਂ ਇਹਦਾ ਕੀ ਆ ਜਾਏਗਾ ਦੋਸਤੋ। ਤਾਂ ਦੋਸਤੋ ਇਹਦਾ ਬਣੇਗਾ ਆਪਣਾ ਹੀ ਕੁਡ ਨਾਟ ਹੈਲਪ ਲਾਉਇੰਗ, ਠੀਕ ਹੈ ਜੀ। ਤਾਂ ਇਹਦਾ ਇਹ ਬਣ ਜਾਏਗਾ, यानी कि ਕੁਡ ਆਏਗਾ। ਅੱਗੇ ਦੋਸਤੋ ਕੰਬਾਈਨ ਦਾ ਸੈਂਟੈਂਸ ਯੂਜ਼ਿੰਗ ਗਿਵਿੰਗ ਕਨੈਕਟਰਸ, ਠੀਕ ਹੈ ਜੀ। ਤਾਂ ਇਹ ਤੁਹਾਡਾ ਜਿਵੇਂ ਦਿੱਤਾ ਹੈ ਆਈ ਕਾਂਟ, आई कैनॉट स्टैंड, आई कैनॉट सिट नीदर नर, ठीक है जी। तो दोस्तों इसनूं जिहड़ा हैगा तुसीं इसदी वरतों करके वाकां नूं जोड़ के लिखना वा, ठीक है जी। दोबारा जिवें कि लिखिया होया दोस्तों कि नहीं हो सकदा, मैं बैठ नहीं सकदा, हाँ ना ही, ठीक है जी। तो दोस्तों इहदा किवें लिखांगे असीं। तो दोस्तों इसनूं जिहड़ा हैगा आपां इस तरह लिखांगे आई कैन नीदर स्टैंड नर सिट, या फिर दोस्तों नीदर कैन आई स्टैंड नर कैन सिट। ਇਹ ਵਾਲਾ ਦੋਸਤੋ ਜਿੱਥੇ ਤੱਕ ਮੈਨੂੰ ਲੱਗਦਾ ਕਿ ਸਹੀ ਹੋਏਗਾ ਜ਼ਿਆਦਾਤਰ ਇਹ ਵਾਲਾ ਤੁਹਾਡਾ ਬਣੇਗਾ। ਬਾਕੀ ਤੁਸੀਂ ਦੱਸੋ ਮੈਨੂੰ ਕਮੈਂਟ ਬਾਕਸ ਦੇ ਵਿੱਚ। ਅਗਲਾ ਦੋਸਤੋ ਤੁਹਾਡਾ ਇਹ ਪੈਰਾਗ੍ਰਾਫ ਆ, ਠੀਕ ਹੈ ਜੀ। ਆਹ ਹੋ ਗਿਆ। ਹੁਣ ਪੈਰਾਗ੍ਰਾਫ ਦਿੱਤਾ ਹੋਇਆ ਲਾਈਫ ਇਜ਼ ਨਾਟ ਵਰਥ ਲਾਈਵਿੰਗ, ਠੀਕ ਹੈ ਜੀ। ਤਾਂ ਇਹ ਵੀ ਅਸੀਂ ਲੱਭਿਆ ਹੋਇਆ ਹੈ। ਆ ਦੇਖੋ ਦੋਸਤੋ ਆਹੀ ਹੈ ਨਾ, ਲਾਈਫ ਇਜ਼ ਨਾਟ ਵਰਥ ਲਿਵਿੰਗ। ਤਾਂ ਦੋਸਤੋ ਲਈਅਰ, ਲਈਅਰ ਮਤਲਬ ਦੋਸਤੋ ਕੀ ਹੁੰਦਾ ਵਾ, ਆਰਾਮ, ਠੀਕ ਹੈ ਜੀ। ਤਾਂ ਦੋਸਤੋ ਇਹਦਾ ਪੈਰਾਗ੍ਰਾਫ ਦੇਖ ਲਓ ਤੁਸੀਂ। ਆਨਸਰ ਇਸ ਦਾ ਇਹ ਹੈਗਾ ਵਾ ਆਨਸਰ ਦੇਖੋ, ਵਰਕ ਇਜ਼ ਨੈਸੈਸਰੀ ਇਨ ਲਾਈਫ ਬਟ ਕੀ ਲਿਖਿਆ ਦੋਸਤੋ ਆਪਣਾ, बट लाइफ इज़ नॉट ऑल वर्क, ठीक है जी। बट लाइफ इज़ नॉट ऑल वर्क, ठीक है जी। तो अगे लिखा दोस्तों अपना ऑल वर्क एंड नो प्ले मेक जैक अ डल
ਬੋਏ। ਠੀਕ ਹੈ ਜੀ, ਯਾਨੀ ਕਿ ਜ਼ਿੰਦਗੀ ਵਿੱਚ ਨਾ ਦੋਸਤੋ ਕੰਮ ਜ਼ਰੂਰੀ ਹੈ, ਪਰ ਜ਼ਿੰਦਗੀ ਸਭ ਕੰਮ ਨਹੀਂ ਹੈ, ਸਾਰੇ ਕੰਮ ਅਤੇ ਕੋਈ ਖੇਡ ਨਹੀਂ ਹੈ। ਜੈਕ ਨੂੰ ਦੋਸਤੋ ਜਿਹੜਾ ਹੈਗਾ ਵਾ ਇੱਕ ਸੰਜੀਵ ਮੁੰਡਾ ਬਣਾਉਂਦਾ ਹੈ। ਠੀਕ ਹੈ ਜੀ, ਅੱਗੇ ਹੈ ਵਰਕ ਕੰਜ਼ਿਊਮ ਆਵਰ ਐਨਰਜੀ, ਇਟ ਟਰਾਈਜ਼ ਅਸ ਇਨ ਆਰਡਰ ਟੂ ਬ੍ਰਿੰਗ ਬੈਕ ਦਾ ਲੋਸਟ ਐਨਰਜੀ, ਮੈਨ ਮਸਟ ਹੈਵ ਅ ਸਮ ਲੇਅਰ ਡਿਊਰਿੰਗ ਦਾ ਹਰਸ ਆਫ ਲੇਅਰ ਹੀ ਕੈਨ ਰਿਫਰੈਸ਼ ਹਿਮਸੈਲਫ। ਠੀਕ ਹੈ ਜੀ, ਯਾਨੀ ਕਿ ਕੰਮ ਸਾਡੀ ਊਰਜਾ ਦੀ ਖਪਤ ਕਰਦਾ ਹੈ, ਇਹ ਸਾਨੂੰ ਦੋਸਤੋ ਥੱਕਦਾ ਹੈ। ਗੁੰਮ ਹੋਈ ਊਰਜਾ ਨੂੰ ਜਿਹੜਾ ਹੈਗਾ ਦੋਸਤੋ ਵਾਪਸ ਲਿਆਉਣ ਲਈ ਮਨੁੱਖ ਨੂੰ ਕੁਝ ਵਿਲ ਜ਼ਰੂਰ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਤੇ ਅੱਗੇ ਲਿਖਿਆ ਦੋਸਤੋ ਆਪਣਾ ਡਿਊਰਿੰਗ ਦਾ ਹਾਵਰਸ ਆਫ ਲੀਅਰ, ਯਾਨੀ ਕਿ ਦੋਸਤੋ ਵਿਹਲੇ ਸਮੇਂ ਦੌਰਾਨ ਉਹ ਆਪਣੇ ਆਪ ਨੂੰ ਦੋਸਤੋ ਜਿਹੜਾ ਹੈਗਾ ਤਰੋ ਤਾਜ਼ਾ ਜਿਹੜਾ ਹੈਗਾ ਦੋਸਤੋ ਕਰ ਸਕਦਾ ਹੈ। ਹੀ ਕੈਨ ਪਲੇ ਗੇਮਸ, ਉਹ ਗੇਮ ਖੇਡ ਸਕਦਾ ਹੈ, ਟੀਵੀ ਦੇਖ ਸਕਦਾ ਹੈ, ਕੁਝ ਮੂਵੀ ਦੇਖ ਸਕਦਾ ਹੈ ਦੋਸਤੋ, ਜਾਂ ਫਿਰ ਦੋਸਤੋ ਜਿਹੜਾ ਹੈਗਾ ਵਾ ਕੋਈ ਆਪਣੀ ਜਿਹੜੀ ਉਸਨੂੰ ਆਦਤਾਂ ਪਸੰਦ ਨੇ ਉਹ ਕਰ ਸਕਦਾ ਹੈ, ਜਾਂ ਫਿਰ ਦੋਸਤੋ ਕੋਈ ਕੁਦਰਤੀ ਜਿਹੜੀ ਹੈਗੀ ਸੁੰਦਰਤਾ ਵੀ ਦੇਖ ਸਕਦਾ ਹੈ। ਸੱਚ ਐਕਟੀਵਿਟੀ ਰਿਫਰੈਸ਼ ਬੋਥ ਹਿਜ਼ ਮਾਈਂਡ ਐਂਡ ਬੋਡੀ। ਠੀਕ ਹੈ ਜੀ, ਇਸ ਤਰ੍ਹਾਂ ਦੀ ਐਕਟੀਵਿਟੀ ਉਸ ਨੂੰ ਜਿਹੜਾ ਹੈਗਾ ਵਾ ਉਸਦੀ ਬੋਡੀ ਤੇ ਉਸਦੀ ਸਰੀਰ ਅਤੇ ਦੋਸਤੋ ਜਿਹੜਾ ਹੈਗਾ ਵਾ ਮਨ ਨੂੰ ਤਾਜ਼ਾ ਕਰ ਦਿੰਦੀ ਹੈ। ਠੀਕ ਹੈ ਜੀ, ਹੀ ਕੈਨ ਰੀਸਟਾਰਟ ਹਿਸ ਵਰਕ ਵਿਦ ਇਨਕਰੀਜ਼ਡ ਐਨਰਜੀ ਐਂਡ ਐਂਥੂਜ਼ਮ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਦੋਸਤੋ ਜਿਹੜਾ ਹੈਗਾ ਵਾ ਉਹ ਵਧੀ ਹੋਈ ਊਰਜਾ ਤੇ ਉਤਸ਼ਾਹ ਨਾਲ ਜਿਹੜਾ ਹੈਗਾ ਆਪਣਾ ਕੰਮ ਮੁੜ ਜਿਹੜਾ ਹੈਗਾ ਦੋਸਤੋ ਸ਼ੁਰੂ ਕਰ ਸਕਦਾ ਹੈ। ਠੀਕ ਹੈ ਜੀ, ਤੇ ਇਨ ਫੈਕਟ ਵਾਸਤਵ ਦੇ ਵਿੱਚ ਦੋਸਤੋ ਕੀ ਹੈ, ਐਵਰੀ ਮੈਨ ਆਊਟ ਟੂ ਹੈਵ ਲੇਅਰ ਇਨ ਪ੍ਰਪੋਰਸ਼ਨ ਟੂ ਵੇਅਰ ਐਂਡ ਟੀਅਰ ਆਫ ਹਿਜ਼ ਸਟਰੈਂਥ। ਠੀਕ ਹੈ ਜੀ, ਵਾਸਤਵ ਵਿੱਚ ਦੋਸਤੋ ਹਰ ਮਨੁੱਖ ਕੋਲ ਆਪਣੀ ਤਾਕਤ ਦੇ ਪਹਿਨਣ ਅਤੇ ਅਥਰੂ ਦੇ ਅਨੁਪਾਤ ਵਿੱਚ ਦੋਸਤੋ ਜਿਹੜਾ ਹੈਗਾ ਵਾ ਵੇਲ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਤੇ ਅੱਗੇ ਲਿਖਿਆ ਬਟ ਇਜ਼ ਵੈਰੀ ਇੰਪੋਰਟੈਂਟ, ਯਾਨੀ ਕਿ ਪਰ ਇਹ ਬਹੁਤ ਜ਼ਰੂਰੀ ਹੈ ਕਿ ਦੈਟਸ ਮੂਮੈਂਟਸ ਆਫ ਲੇਅਰ ਆਰ ਯੂਜ਼ਡ ਇਨ ਸਮ ਰਿਫਰੈਸ਼ਿੰਗ ਐਂਡ ਯੂਜ਼ਫੁਲ ਐਕਟੀਵਿਟੀ। ਇਹ ਬਹੁਤ ਜ਼ਰੂਰੀ ਹੈ ਕਿ ਵੇਲੇ ਦੇ ਜਿਹੜਾ ਹੈਗਾ ਆਪਣਾ ਇਹ ਬਹੁਤ ਜ਼ਰੂਰੀ ਹੈ ਕਿ ਵੇਲੇ ਦੇ ਪਲਾਂ ਨੂੰ ਕਿਸੇ ਤਾਜ਼ਗੀ ਅਤੇ ਉਪਯੋਗੀ ਗਤੀ ਵਿੱਚ ਹੀ ਵਰਤਿਆ ਜਾਵੇ। ਠੀਕ ਹੈ ਜੀ, ਤੇ ਲੇਅਰ ਐਂਡ ਲੇਜ਼ੀਨੈਸ ਆਰ ਟੂ ਡਿਫਰੈਂਟ ਥਿੰਗਸ, ਯਾਨੀ ਕਿ ਆਰਾਮ ਅਤੇ ਆਲਸ ਦੋ ਵੱਖ-ਵੱਖ ਚੀਜ਼ਾਂ। ਤੇ ਅੱਗੇ ਦੋਸਤੋ ਤੁਹਾਡਾ ਇਹ ਡਿਸਿਪਲਿਨ ਵਾਲਾ ਦਿੱਤਾ ਹੋਇਆ ਪੈਰਾਗ੍ਰਾਫ, ਤਾਂ ਇਹ ਵੀ ਚਲੋ ਕਰਦੇ ਹਾਂ ਆਪਾਂ ਡਿਸਿਪਲਿਨ ਦਾ। ਆ ਦੇਖੋ ਦੋਸਤੋ ਡਿਸਿਪਲਿਨ, ਠੀਕ ਹੈ ਜੀ, ਡਿਸਿਪਲਿਨ ਦਾ ਹੀ ਇਹ ਤੁਹਾਡਾ ਦਿੱਤਾ ਹੋਇਆ ਸੀ। ਤੇ ਦੇਖੋ ਦੋਸਤੋ ਡਿਸਿਪਲਿਨ ਇਜ਼ ਨੈਸੈਸਰੀ ਇਨ ਆਲ ਵਾਕ ਆਫ ਲਾਈਫ। ਠੀਕ ਹੈ ਜੀ, ਯਾਨੀ ਕਿ ਅਨੁਸ਼ਾਸਨ ਤੋਂ ਜਿਹੜਾ ਹੈਗਾ ਅਨੁਸ਼ਾਸਨ ਆ, ਠੀਕ ਹੈ ਜੀ, ਉਹ ਦੋਸਤੋ ਕੀ ਹੈ, ਡਿਸਿਪਲਿਨ ਇਜ਼ ਨੈਸੈਸਰੀ ਇਨ ਆਲ ਵਾਕ ਆਫ ਲਾਈਫ। ਠੀਕ ਹੈ ਜੀ, ਤੇ ਇਹਦਾ ਹੈ ਦੋਸਤੋ ਆਪਣਾ ਐਨੀ ਹਾਊਸ ਵਿਦਾਊਟ ਡਿਸਿਪਲਿਨ ਵਿਲ ਕੀ ਹੈ ਦੋਸਤੋ, ਵਿਲ ਸ਼ਿਓਰਲੀ ਗੋ ਟੂ ਦਾ ਡੌਗਸ। ਠੀਕ ਹੈ ਜੀ, ਮਤਲਬ ਦੋਸਤੋ ਜੀਵਨ ਦੇ ਹਰ ਖੇਤਰ ਵਿੱਚ ਅਨੁਸ਼ਾਸਨ ਜ਼ਰੂਰੀ ਹੈ। ਅਨੁਸ਼ਾਸਨ ਤੋਂ ਬਿਨਾਂ ਦੋਸਤੋ ਕੋਈ ਵੀ ਘਰ ਕੁੱਤਿਆਂ ਕੋਲ ਜਿਹੜਾ ਹੈਗਾ ਜਾਵੇਗਾ। ਠੀਕ ਹੈ ਜੀ, ਇਹ ਇੱਥੇ ਲਿਖਿਆ ਹੋਇਆ ਵਾ। ਤੇ ਅੱਗੇ ਦੋਸਤੋ ਆ ਟੀਚਰ ਕੈਨ ਟੀਚ ਇਫ ਹਿਜ਼ ਸਟੂਡੈਂਟ ਡੋਂਟ ਕੀਪ ਡਿਸਿਪਲਿਨ ਇਨ ਦਾ ਕਲਾਸ, ਦਾ ਹੈਡ ਆਫ ਫੈਮਿਲੀ ਵੋਂਟ ਏਬਲ ਟੂ ਰਨ ਹਿਜ਼ ਫੈਮਿਲੀ ਇਫ ਦਾ ਮੈਂਬਰਸ ਡੋਂਟ ਮੇਨਟੇਨ ਡਿਸਿਪਲਿਨ। ਠੀਕ ਹੈ, ਯਾਨੀ ਕਿ ਦੋਸਤੋ ਜੇਕਰ ਜਿਹੜਾ ਹੈਗਾ ਵਿਦਿਆਰਥੀ ਜਮਾਤ ਵਿੱਚ ਅਨੁਸ਼ਾਸਨ ਨਹੀਂ ਰੱਖਦਾ ਤਾਂ ਅਧਿਆਪਕ ਪੜ੍ਹਾ ਨਹੀਂ ਸਕਦਾ। ਇੱਕ ਪਰਿਵਾਰ ਦਾ ਮੁਖੀ ਅਗਰ ਆਪਣੇ ਪਰਿਵਾਰ ਨੂੰ ਚਲਾਉਣ ਦੇ ਯੋਗ ਨਹੀਂ ਹੋਵੇਗਾ ਜੇਕਰ ਉਸਦੇ ਮੈਂਬਰ ਜਿਹੜੇ ਹੈਗੇ ਅਨੁਸ਼ਾਸਨ ਨਹੀਂ ਬਣਾਈ ਰੱਖਣਗੇ। ਠੀਕ ਹੈ ਜੀ, ਇਸੇ ਤਰ੍ਹਾਂ ਦੋਸਤੋ ਦਾ ਮੈਂਬਰ ਆਫ ਐਨ ਅਸੈਂਬਲੀ ਮਸਟ ਓਬਜ਼ਰਵ ਡਿਸਿਪਲਿਨ ਇਫ ਦੇ ਆਰ ਟੂ ਡੂ ਐਨੀ ਗੁੱਡ ਜੋਬ। ਨੋ ਆਫਿਸ can function without discipline. Even in a playground the player have to obey the rules of a game they have play to under discipline. ਠੀਕ ਹੈ ਜੀ, ਯਾਨੀ ਕਿ ਦੋਸਤੋ ਅਨੁਸ਼ਾਸਨ ਬਹੁਤ ਹੀ ਜ਼ਰੂਰੀ ਹੈ। ਅਸੈਂਬਲੀ ਦੇ ਮੈਂਬਰਾਂ ਨੂੰ ਅਨੁਸ਼ਾਸਨ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਉਹਨਾਂ ਨੂੰ ਕੋਈ ਚੰਗਾ ਕੰਮ ਕਰਨਾ ਹੈ ਤਾਂ ਕੋਈ ਵੀ ਦਫ਼ਤਰ ਅਨੁਸ਼ਾਸਨ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ ਹੈ। ਖੇਡ ਦੇ ਮੈਦਾਨ ਵਿੱਚ ਦੋਸਤੋ ਖਿਡਾਰੀਆਂ ਨੂੰ ਖੇਡ ਦੇ ਨਿਯਮਾਂ ਦੀ ਜਿਹੜੀ ਹੈਗਾ ਪਾਲਣਾ ਕਰਨੀ ਪੈਂਦੀ ਹੈ, ਉਹਨਾਂ ਨੂੰ ਅਨੁਸ਼ਾਸਨ ਦੇ ਵਿੱਚ ਖੇਡਣਾ ਹੋਵੇਗਾ। ਅੱਗੇ ਦੋਸਤੋ ਵਿਦਾਊਟ ਡਿਸਿਪਲਿਨ ਦੇਰ ਇਜ਼ ਅ ਬਾਊਂਡ ਟੂ ਬੀ। ਅੱਗੇ ਦੋਸਤੋ ਕੀ ਹੈ, ਸੌਰੀ ਇੱਥੇ ਦੋਸਤੋ ਦਿੱਤਾ ਨਹੀਂ ਹੋਇਆ, ਰੁਕੋ ਮੈਂ ਇਹਨੂੰ ਪੂਰਾ ਕਰਦਾ। ਇੱਥੇ ਅੱਗੇ ਕੀ ਲਿਖਿਆ ਹੋਇਆ 2 ਮਿੰਟ ਰੁਕੋ ਕਰਦਾ ਇਹਨੂੰ ਸਹੀ। ਤੇ ਕਨਫਿਊਜ਼ਨ ਡਿਸਆਰਡਰ ਐਂਡ ਚਾਓਸ, ਆਹ ਤੁਸੀਂ ਲਿਖਣਾ ਵਾ ਅੱਗੇ। ਠੀਕ ਹੈ ਜੀ, ਤੇ ਮਤਲਬ ਦੋਸਤੋ ਕੀ ਆ ਕਿ ਅਨੁਸ਼ਾਸਨ ਤੋਂ ਬਿਨਾਂ ਦੋਸਤੋ ਜਿਹੜਾ ਹੈਗਾ ਕਨਫਿਊਜ਼ਨ ਤੇ ਡਿਸਆਰਡਰ ਤੇ ਚਾਓਸ ਇਹ ਜਿਹੜਾ ਹੈਗਾ ਹਫੜਾ ਤਫੜੀ ਜਿਹੜੀ ਹੈਗੀ ਹੋ ਜਾਂਦੀ ਹੈ। ਠੀਕ ਹੈ, ਨੋ ਵਰਕ ਔਰ ਪ੍ਰੋਗਰੈਸ ਇਫ ਪੋਸੀਬਲ ਵਿਦਾਊਟ ਡਿਸਿਪਲਿਨ। ਇਟ ਇਜ਼ ਡਿਸਿਪਲਿਨ ਵਿਚ ਇਨੇਬਲਸ ਨੇਸ਼ਨ to match on the way to progress. It must be kept in mind that discipline can be enforced by a law alone in it is a training of mind, it has come to from within. ਠੀਕ ਹੈ ਜੀ, ਯਾਨੀ ਕਿ ਦੋਸਤੋ ਅਨੁਸ਼ਾਸਨ ਤੋਂ ਬਿਨਾਂ ਕੋਈ ਵੀ ਜਿਹੜਾ ਹੈਗਾ ਕੰਮ ਜਾਂ ਤਰੱਕੀ ਸੰਭਵ ਨਹੀਂ ਹੈ। ਇਹ ਅਨੁਸ਼ਾਸਨ ਹੀ ਹੈ ਜੋ ਰਾਸ਼ਟਰ ਨੂੰ ਤਰੱਕੀ ਦੇ ਰਾਹ ਵਿੱਚ ਤੁਰਨ ਦੇ ਯੋਗ ਬਣਾਉਂਦਾ ਹੈ। ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਅਨੁਸ਼ਾਸਨ ਨੂੰ ਸਿਰਫ ਕਾਨੂੰਨ ਦੁਆਰਾ ਲਾਗੂ ਨਹੀਂ ਕੀਤਾ ਜਾ ਸਕਦਾ ਹੈ, ਇਹ ਮਨ ਦੀ ਸਿਖਲਾਈ ਹੈ। ਠੀਕ ਹੈ ਜੀ, ਤਾਂ ਇਟ ਹੈਜ਼ ਐਨ ਟੂ ਕਮ ਫਰੋਮ ਵਿਦਿਨ। ਠੀਕ ਹੈ ਜੀ, ਯਾਨੀ ਕਿ ਦੋਸਤੋ ਇਹ ਅੰਦਰੋਂ ਆਉਣਾ ਹੈ। ਠੀਕ ਹੈ ਜੀ, ਇਸ ਨੇ ਅੰਦਰੋਂ ਆਉਣਾ ਹੈ ਅਨੁਸ਼ਾਸਨ ਨੇ। ਠੀਕ ਹੈ, ਅਗਲਾ ਦੋਸਤੋ ਹੁਣ ਦੇਖਦੇ ਹਾਂ ਚਲੋ। ਤੇ ਦੋਸਤੋ ਹੁਣ ਤੁਹਾਡਾ ਲੈਟਰ ਆ। ਠੀਕ ਹੈ ਜੀ, ਤਾਂ ਦੇਖੋ ਯੂ ਆਰ ਮੋਨੂ, ਮਤਲਬ ਇੱਥੋਂ ਪੜ੍ਹੋ। ਰਾਈਟ ਅ ਲੈਟਰ ਟੂ ਯਰ ਫਾਦਰ ਹੂ ਇਜ਼ ਅਵੇ ਫਰੋਮ ਹੋਮ ਗਿਵਿੰਗ ਹਿਮ ਸਮ ਹੋਮ ਨਿਊਜ਼। ਠੀਕ ਹੈ ਜੀ, ਯਾਨੀ ਕਿ ਮਤਲਬ ਦੋਸਤੋ ਇਹਦੇ ਵਿੱਚ ਇਹ ਆ ਕਿ ਆਪਣੇ ਪਿਤਾ ਨੂੰ ਇੱਕ ਜਿਹੜਾ ਹੈਗਾ ਪੱਤਰ ਲਿਖੋ ਜੋ ਲੰਬੇ ਦੌਰੇ 'ਤੇ ਹਨ, ਉਹਨਾਂ ਨੂੰ ਘਰ ਦੀਆਂ ਖਬਰਾਂ ਦਿਓ। ਤਾਂ ਦੋਸਤੋ ਦੇਖੋ ਚਲੋ ਇਸ ਦਾ ਆਨਸਰ ਦੇਖਦੇ ਹਾਂ। ਆਹੀ ਹੈ ਨਾ ਦੋਸਤੋ, ਸੇਮ ਆਹੀ ਹੈ। ਠੀਕ ਹੈ ਜੀ, ਹੋਮ ਨਿਊਜ਼ ਵਾਲਾ। ਤਾਂ ਦੇਖੋ ਦੋਸਤੋ 51 ਸੈਂਟਰਲ ਟਾਊਨ ਨੰਗਲ, ਤੇ ਡੇਟ ਦੋਸਤੋ ਇੱਥੇ ਤੁਸੀਂ ਦੇਖ ਲਿਓ, ਤਾਜ਼ੀ ਡੇਟ ਪਾ ਦਿਓ 27
मार्च 2023। डियर फादर मैनी थिंग्स हैव हैपनड सिंस आई रोट यू लास्ट। ठीक है जी, यानी कि ਜਦੋਂ मैं ਤੁਹਾਨੂੰ ਪਿਛਲੀ ਵਾਰ ਲਿਖਿਆ ਸੀ ਤਾਂ ਬਹੁਤ ਸਾਰੀਆਂ ਚੀਜ਼ਾਂ ਵਾਪਰੀਆਂ ਹਨ। ਬਿੱਟੂ ਫੈਲ ਡਾਊਨ ਦ ਸਟੇਅਰਸ ਐਂਡ ਦਾ ਬ੍ਰੋਕ ਹਰ ਲੈਗ। ਠੀਕ ਹੈ ਜੀ, ਯਾਨੀ ਕਿ ਦੋਸਤੋ ਬਿੱਟੂ ਪੌੜੀਆਂ ਤੋਂ ਜਿਹੜਾ ਹੈਗਾ ਹੇਠਾਂ ਡਿੱਗ ਗਿਆ ਅਤੇ ਉਸਨੂੰ ਉਸਦੀ ਜਿਹੜੀ ਹੈਗੀ ਲੱਤ ਟੁੱਟ ਗਈ। ਸ਼ੀ ਬਿਕਮ senseless, she was moved to hospital, she is quite good health now, you not need not worry about her। ਮਤਲਬ ਦੋਸਤੋ ਇਹ ਉਹਦੀ ਲੱਤ ਟੁੱਟ ਗਈ ਸੀ, ਉਹ ਬੇਹੋਸ਼ ਹੋ ਗਿਆ ਸੀਗਾ, ਉਸ ਨੂੰ ਜਿਹੜਾ ਹਸਪਤਾਲ ਵਿੱਚ ਲਿਜਾਇਆ ਗਿਆ। ਠੀਕ ਹੈ ਜੀ, ਉਹ ਕਾਫੀ ਹੱਦ ਤੱਕ ਹੁਣ ਠੀਕ ਹੈ, ਤੁਹਾਨੂੰ ਉਸਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਠੀਕ ਹੈ ਜੀ, ਮੋਹਨਸ ਰਿਜ਼ਲਟਸ ਵਾਜ਼ ਆਊਟ ਯੈਸਟਰਡੇ, ਹੀ ਗੋਟ ਹਾਂਜੀ 700। ਠੀਕ ਹੈ ਜੀ marks, he is sure to get a scholarship, he is very happy। uncle Kartar Singh also visited us last week, he stay with us for 2 days, we all miss you badly, please come back ਹੋਮ ਸੂਨ। ਠੀਕ ਹੈ ਜੀ, ਯਾਨੀ ਕਿ ਮੋਹਨ ਦਾ ਨਤੀਜਾ ਕੱਲ੍ਹ ਆ ਗਿਆ ਸੀ। ਉਸ ਦਿਨ ਜਿਹੜੇ ਹੈਗੇ 700 ਅੰਕਾਂ ਜਿਹੜੇ ਹੈਗੇ ਪ੍ਰਾਪਤ ਕੀਤੇ ਹਨ, ਉਸ ਨੂੰ ਸਕਾਲਰਸ਼ਿਪ ਮਿਲਣੀ ਯਕੀਨੀ ਹੈ। ਉਹ ਬਹੁਤ ਹੀ ਖੁਸ਼ ਹੈ। ਪਿਛਲੇ ਹਫਤੇ ਚਾਚਾ ਕਰਤਾਰ ਸਿੰਘ ਜਿਹੜੇ ਸੀਗੇ ਆਪਣੇ ਸਾਨੂੰ ਮਿਲਣ ਆਏ। ਠੀਕ ਹੈ ਜੀ, ਉਹ 2 ਦਿਨ ਸਾਡੇ ਕੋਲ ਰਹੇ ਨੇ। ਅਸੀਂ ਜਿਹੜਾ ਹੈਗਾ ਵਾ ਸਾਰੇ ਤੁਹਾਨੂੰ ਬੁਰੀ ਤਰ੍ਹਾਂ ਜਿਹੜਾ ਹੈਗਾ ਯਾਦ ਕਰਦੇ ਹਾਂ। ਕਿਰਪਾ ਕਰਕੇ ਜਲਦੀ ਘਰ ਵਾਪਸ ਆਓ। ਯੂਰ ਅਫੈਕਸ਼ਨੇਟਲੀ ਮਤਲਬ ਤੁਹਾਡਾ ਪਿਆਰ ਨਾਲ। ਠੀਕ ਹੈ ਜੀ, ਮੋਨੂ। ਠੀਕ ਹੈ, ਅਤੇ ਹੁਣ ਦੋਸਤੋ ਆਪਣਾ ਅਗਲਾ ਕੀ ਹੈ? ਅਗਲਾ ਹੈ ਦੋਸਤੋ ਰਾਈਟ ਅ ਲੈਟਰ, ਯਾਨੀ ਕਿ ਇੱਥੇ ਦੋਸਤੋ ਤੁਹਾਡਾ ਰਾਈਟ ਅ ਲੈਟਰ ਟੂ ਮੈਨੇਜਰ ਰਜਿੰਦਰ ਬੁੱਕ ਡਿਪੂ ਪਟਿਆਲਾ ਟੂ ਸੈਂਡ ਯੂਰ ਸਮ ਬੁੱਕਸ, ਗਿਵ ਦਾ ਲਿਸਟ ਆਫ ਬੁੱਕ ਰਿਕੁਆਇਰ, ਯੂ ਆਰ ਜਤਿਨ B86 ਲਾਲ ਬਹਾਦੁਰ ਰਾਜਪੁਰਾ। ਤਾਂ ਦੋਸਤੋ ਆਹ ਸੇਮ ਲੈਟਰ ਮੈਂ ਜਿਹੜੀ ਹੈਗੀ ਲੱਭ ਲਈ ਆ। ਆਹ ਦੇਖੋ ਦੋਸਤੋ, ਆਹੀ ਤੁਹਾਡੀ ਲੈਟਰ ਹੈ ਨਾ, ਇੱਕ ਵਾਰੀ ਤੁਸੀਂ ਮਿਲਾ ਲਓ ਇਸ। ਹਾਂਜੀ, ਤਾਂ ਦੋਸਤੋ ਸੇਮ ਬਿਲਕੁਲ ਇਹੀ ਲੈਟਰ ਆ। ਦੇਖੋ ਕਿ ਤੁਹਾਨੂੰ ਜਿਹੜਾ ਹੈਗਾ ਕੁਝ ਕਿਤਾਬਾਂ ਭੇਜਣ ਲਈ ਦੋਸਤੋ ਮੈਨੇਜਰ ਰਜਿੰਦਰਾ ਬੁੱਕ ਡਿਪੂ ਪਟਿਆਲਾ ਨੂੰ ਪੱਤਰ ਲਿਖੋ, ਲੋੜੀਂਦੀਆਂ ਕਿਤਾਬਾਂ ਦੀ ਸੂਚੀ ਦਿਓ। ਤੁਸੀਂ ਜਿਹੜਾ ਹੈਗਾ ਵਾ ਜਤਿਨ ਹੋ ਅਤੇ B86 ਲਾਲ ਬਾਜ਼ਾਰ ਰਾਜਪੁਰਾ ਵਿਖੇ ਰਹਿੰਦੇ ਹੋ। ਤਾਂ ਦੋਸਤੋ ਚਲੋ ਦੇਖਦੇ ਹਾਂ ਇਸ ਦਾ ਆਨਸਰ ਕਿਵੇਂ ਲਿਖਣਾ ਵਾ। ਤੁਸੀਂ B86 ਲਾਲ ਬਾਜ਼ਾਰ ਰਾਜਪੁਰਾ ਦਾ ਮੈਨੇਜਰ ਰਜਿੰਦਰ ਬੁੱਕ ਡਿਪੂ ਪਟਿਆਲਾ। ਠੀਕ ਹੈ ਜੀ, ਸਬਜੈਕਟ ਯਾਨੀ ਕਿ ਵਿਸ਼ਾ ਦੋਸਤੋ ਕੀ ਹੈ? ਸੈਂਡ ਸਮ ਆਫ ਬੁੱਕ ਨੀਡਡ, ਯਾਨੀ ਕਿ ਦੋਸਤੋ ਲੋੜੀਂਦੀਆਂ ਕੁਝ ਕਿਤਾਬਾਂ ਭੇਜੋ। ਸਰ ਮੈਡਮ ਤਾਂ ਦੇਖੋ ਆਈ ਲਾਈਕ ਟੂ ਪਰਚੇਸ ਸਮ ਬੁੱਕਸ ਫਰੋਮ ਯੂਰ ਵੈਬਸਾਈਟ ਐਂਡ ਯੂਰ ਸ਼ੋਪ ਹੈਜ਼ ਅ ਸਟਰੋਂਗ ਰੈਪੂਟੇਸ਼ਨ। ਠੀਕ ਹੈ, ਮੈਂ ਤੁਹਾਡੀ ਵੈਬਸਾਈਟ 'ਤੇ ਕੁਝ ਕਿਤਾਬਾਂ ਖਰੀਦਣਾ ਪਸੰਦ ਕਰਦਾ ਹਾਂ। ਮੈਂ ਤੁਹਾਡੀ ਦੁਕਾਨ ਦੀ ਜਿਹੜੀ ਹੈਗੀ ਇੱਕ ਮਜ਼ਬੂਤ ਤੁਹਾਡੀ ਰੈਪੂਟੇਸ਼ਨ ਬਹੁਤ ਬਣੀ ਹੋਈ ਆ। ਠੀਕ ਹੈ, ਸੋ ਆਈ ਡੀ ਲਾਈਕ ਟੂ ਪਲੇਸ ਐਨ ਆਰਡਰ ਫੋਰ ਅ ਬੁੱਕ ਫਰੋਮ ਯੂਰ ਸਟੋਰ। ਠੀਕ ਹੈ ਜੀ, ਇਸ ਲਈ ਮੈਂ ਤੁਹਾਡੇ ਸਟੋਰ ਤੋਂ ਇੱਕ ਕਿਤਾਬ ਲਈ ਆਰਡਰ ਦੇਣਾ ਚਾਹੁੰਦਾ ਹਾਂ। ਦਾ ਫੋਲੋਇੰਗ ਇਜ਼ ਲਿਸਟ ਆਫ ਸਬਜੈਕਟ ਸਾਇੰਸ, ਮੈਥ, ਇੰਗਲਿਸ਼, ਜਿਓਗ੍ਰਾਫੀ। ਠੀਕ ਹੈ ਜੀ, 10th ਕਲਾਸ NCERT। ਠੀਕ ਹੈ ਜੀ, ਮਤਲਬ ਦੋਸਤੋ ਕੀ ਹੈ? ਹੇਠ ਲਿਖੇ ਵਿਸ਼ਿਆਂ ਦੀਆਂ ਸੂਚੀਆਂ ਤਿਆਰ ਹਨ, ਜਿਵੇਂ ਕਿ ਵਿਗਿਆਨ, ਗਣਿਤ, ਅੰਗਰੇਜ਼ੀ, ਭੂਗੋਲ, 10ਵੀਂ ਕਲਾਸ NCERT। ਇਹ ਬਹੁਤ ਚੰਗਾ ਹੋਵੇਗਾ ਜੇਕਰ ਤੁਸੀਂ ਉਹਨਾਂ ਦੀ ਐਤਵਾਰ ਤੋਂ ਪਹਿਲਾਂ ਹੀ ਇਸ ਨੂੰ ਭੇਜ ਦੇਵੋ। ਠੀਕ ਹੈ, ਇਟ ਵੁੱਡ ਬੀ ਸੋ ਗੁੱਡ ਇਫ ਯੂ ਸੈਂਡ ਬਿਫੋਰ ਇਜ਼ ਸੰਡੇ, ਆਈ ਵਿਲ ਥੈਂਕ ਯੂ ਫੁੱਲ। ਠੀਕ ਹੈ ਜੀ, ਤਾਂ ਮੈਂ ਤੁਹਾਡਾ ਜਿਹੜਾ ਹੈ ਧੰਨਵਾਦੀ ਹੋਵਾਂਗਾ। ਯੂਅਰਸ ਟਰੂਲੀ ਜਤਿਨ। ਠੀਕ ਹੈ ਜੀ, ਯਾਨੀ ਕਿ ਦੋਸਤੋ ਸ਼ੁਭਚਿੰਤਕ ਤੁਹਾਡਾ ਜਤਿਨ। ਤਾਂ ਇਸ ਤਰ੍ਹਾਂ ਦੋਸਤੋ ਤੁਸੀਂ ਆਹ ਲੈਟਰ ਲਿਖ ਦੇਣੀ ਆ, ਜ਼ਿਆਦਾ ਕੋਈ ਵੱਡਾ ਨਹੀਂ ਹੈਗਾ ਵਾ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਤੁਸੀਂ ਇਸਨੂੰ ਲਿਖ ਦੇਣਾ ਵਾ। ਤੇ ਦੋਸਤੋ ਇਸ ਤੋਂ ਬਾਅਦ ਦੇਖ ਸਕਦੇ ਹੋ ਕਿ ਪੂਰਾ ਹੀ ਪੇਪਰ ਅਸੀਂ ਸੋਲਵ ਕਰ ਲਿਆ ਵਾ। ਠੀਕ ਹੈ ਜੀ, ਹੋਰ ਕੁਝ ਥੱਲੇ ਨਹੀਂ ਬਚਿਆ। ਪੂਰਾ ਦਾ ਪੂਰਾ ਪੇਪਰ ਦੋਸਤੋ ਜੋ ਕਿ ਪਿਛਲੇ ਸਾਲ ਯਾਨੀ ਕਿ 2022 ਦਾ ਇਹ ਪੇਪਰ ਸੀਗਾ, ਕੁਛ ਨਾ ਕੁਛ ਤਾਂ ਦੋਸਤੋ 2023 ਦੇ ਵਿੱਚ ਵੀ ਆ ਹੀ ਜਾਊਗਾ, ਕਿਉਂਕਿ ਬੋਰਡ ਦੇ ਵਿੱਚ ਨਾ ਐਗਜ਼ਾਮ ਜਿਹੜੇ ਕੁਐਸਚਨ ਹੁੰਦੇ ਰਿਪੀਟ ਹੀ ਹੁੰਦੇ ਆ। ਤਾਂ ਦੋਸਤੋ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ। ਸਾਡੇ ਕੋਲ ਇੱਕ ਹੋਰ ਪੇਪਰ ਪਿਆ ਵਾ, ਉਹ ਵੀ ਮੈਂ ਤੁਹਾਨੂੰ ਸੋਲਵ ਕਰਾ ਦੂੰਗਾ। ਤਾਂ ਦੋਸਤੋ ਉਹਦੇ ਲਈ ਵੀ ਇੱਕ ਵੀਡੀਓ ਬਣਾ ਦੂੰਗਾ। ਤੁਸੀਂ ਕਮੈਂਟ ਕਰਕੇ ਮੈਨੂੰ ਹਜੇ ਜੇ ਦੱਸੋ ਸਰ ਕਿ ਇੱਕ ਹੋਰ ਇਸੇ ਤਰ੍ਹਾਂ ਦਾ ਪੇਪਰ ਪਿਛਲੇ ਸਾਲ ਦਾ, ਜਾਂ ਫਿਰ ਦੋਸਤੋ ਕੋਈ ਵੀ ਇੱਕ ਮੇਰੇ ਕੋਲ ਪੇਪਰ ਪਿਆ ਵਾ ਇਸ ਟਾਈਪ ਦਾ ਹੀ। ਠੀਕ ਹੈ ਜੀ, ਉਹ ਵੀ ਸੋਲਵ ਕਰਾ ਦੂੰਗਾ। ਅਗਰ ਤੁਸੀਂ ਕਹੋਗੇ ਤਾਂ ਮੈਂ ਇੱਕ ਹੋਰ ਵੀਡੀਓ ਬਣਾ ਦੂੰਗਾ। ਠੀਕ ਹੈ ਜੀ, ਤਾਂ ਪਾਰਟ 3 ਬਣਾ ਦੂੰਗਾ, ਉਹਦੇ ਵਿੱਚ ਦੋਸਤੋ ਕੋਸ਼ਿਸ਼ ਕਰੂੰਗਾ ਤੁਹਾਨੂੰ ਕਰਾਉਣ ਦੀ। ਓਕੇ ਦੋਸਤੋ, ਚਲੋ ਠੀਕ ਹੈ ਜੀ, ਵੀਡੀਓ ਦੇ ਵਿੱਚ ਇੰਨੇ ਸੀਗਾ। ਬਾਕੀ ਆਲ ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ।